तो मैं ये नहीं कहता भी कुरान शरीफ माड़ा है। धार्मिक ग्रंथ आ, विद्वान पढ़ते आ, मस्कीन जी भी पढ़ते रहे, सारे विद्वान पढ़ते आ, पर ਇਹਦਾ मतलब ਇਹ ਤਾਂ नहीं ਵੀ ਉਹ विद्वान PhD ਉੱਤੇ ਕਰਕੇ ਤੇ ਆਖਰ ਵੀ ਅਸੀਂ ਹੋਰ ਕੁਝ ਕਰਦੇ। ਜਿਹੜਾ ਆਪਣੇ ਦੋ ਟੈਸਟਾਂ 'ਚੋਂ ਫੇਲ ਹੋਇਆ ਫਿਰ ਇਹਦੇ ਆਪਣੇ ਬਿਆਨ ਨਹੀਂ। ਉਹ ਟੈਸਟ ਤੁਹਾਡੇ ਹੁੰਦਿਆਂ ਹੋਏ? ਹਾਂ ਮੇਰੇ ਹੁੰਦਿਆਂ ਹੋਏ। ਓਕੇ, ਉਦੋਂ ਤੁਹਾਡੀ ਡਿਊਟੀ? ਮੇਰੀ ਉਦੋਂ ਡਿਊਟੀ ਧਰਮ ਪ੍ਰਚਾਰ 'ਚ ਹੁੰਦੀ ਸੀ। ਅੱਛਾ, ਉਦੋਂ ਮੇਰੀ ਡਿਊਟੀ ਉਹਦੇ ਬਾਵਜੂਦ ਵੀ ਇਹਨਾਂ ਨੂੰ ਜਹੇਦਾਰ ਲਾਇਆ ਗਿਆ। ਕੁਝ ਵੀ ਨਹੀਂ ਸੇ ਦੇ ਸਕਦਾ, ਦੇ ਹੀ ਨਹੀਂ ਸਕਦਾ। ਜਿਹੜਾ ਆਪ ਲੁਧਿਆਣੇ 'ਚ ਗੋਲ ਗੱਪੇ ਰੇੜੀਆਂ ਤੋਂ ਖਲੋ ਕੇ ਖਾਂਦਾ ਫਿਰਦਾ। ਬਾਦ ਸਿੰਘ ਨੇ ਜਿਹੜੇ ਚਿੱਠੇ ਖੋਲ੍ਹੇ ਹਨ, ਜਿਹੜੇ ਕਿ ਹਰਪ੍ਰੀਤ ਸਿੰਘ ਜਹੇਦਾਰ, ਉਹਨਾਂ ਦੀ ਗੱਲ ਕੀਤੀ। ਹਰਪ੍ਰੀਤ ਦੇ ਬਿਆਨ 4 ਨੇ। ਪਹਿਲਾਂ ਗੁੰਮ ਹੋ ਗਏ, ਤੁਹਾਨੂੰ ਕਿਹਾ ਕਿ ਆਪਣੀ ਗੱਲ ਅਧੂਰੀ ਰਹਿ ਗਈ ਸੀ, ਫਿਰ ਗਵਾਚ ਗਏ। ਫਿਰ ਕਹਿੰਦਾ ਨਹੀਂ ਜੀ ਇਹ ਨਾ ਲੈਜਰਾਂ ਦੇ ਵਿੱਚ ਮਿਸਟੇਕ ਹੋਈ ਆ, ਤੇ ਜੇ ਲੈਜਰਾਂ 'ਚ ਮਿਸਟੇਕ ਹੈ ਤੇ ਭਾਈ ਉਹਨੂੰ ਸੁਧਾਈ ਕਰੋ ਉਹਦੀ। ਅੱਛਾ, ਫਿਰ ਇਹ ਜੀ ਉਹਨੇ ਪੈਸੇ ਖਾਧੇ ਤੇ ਉਹਦੇ ਉਹ ਲਿਖ ਕੇ ਦੇ ਗਿਆ ਹੈ। ਅੱਛਾ ਜੀ, ਉਹਨੇ ਐਫੀਡੇਵਿਟ ਬਕਾਇਦਾ ਲਿਖ ਕੇ ਦਿੱਤਾ ਆ ਵੀ ਮੇਥੋਂ ਗਲਤੀ ਹੋਈ ਆ ਜੀ, ਮੇਰੇ ਪ੍ਰੋਵੀਡੈਂਟ ਫੰਡ, ਮੇਰੇ ਗ੍ਰੈਚੁਟੀ, ਮੇਰੀਆਂ ਛੁੱਟੀਆਂ, ਮੇਰੇ ਡਿਊ ਦੇ ਵਿੱਚੋਂ ਮੇਰੇ ਬਣਦੇ ਪੈਸੇ ਆਪਦੇ ਕੱਟ ਲਓ, ਬਾਕੀ ਮੈਨੂੰ ਦੇ ਦਿਓ। ਕਿਉਂ ਨਹੀਂ ਦਿੰਦੇ ਉਹਨੂੰ? ਜਹੇਦਾਰ ਅਕਾਲ ਤਖਤ ਕਹਿੰਦਾ ਜੀ ਜਿਹੜੇ ਪਾਵਨ ਸਰੂਪਾਂ ਦੀ ਗੱਲ ਚੱਲਦੀ ਪਈ ਉਹਦੇ ਕਦੇ ਛਪੇ ਹੀ ਨਹੀਂ। ਉਹ ਜੇ ਭੜਵਿਆ ਜੇ ਛਪੇ ਹੀ ਨਹੀਂ ਤਾਂ ਸਾਨੂੰ ਸਜ਼ਾ ਕਾਹਦੀ ਦਿੱਤੀ? ਉਹ ਕੀ ਸਬੂਤ ਹਨ ਕਿ ਤੁਸੀਂ ਪੈਸੇ ਜਮ੍ਹਾਂ ਕਰਾਏ ਹਨ? ਮੇਰੇ ਕੋਲ ਸਬੂਤ ਇਹ ਹੈਗਾ ਕਿ ਜਿਹੜੀ ਮੇਰੀ ਵਾਰਤਾਲਾਪ ਹੁੰਦੀ ਰਹੀ ਆ ਕਵਲਜੀਤ ਸਿੰਘ ਦੇ ਨਾਲ, ਮੇਰੇ ਕੋਲ ਉਹਦੀਆਂ ਰਿਕਾਰਡਿੰਗਾਂ ਨੇ ਜਿਹਦੇ ਵਿੱਚ ਉਹ ਸਭ ਕੁਝ ਮੰਨਦਾ ਪਿਆ ਹੈ, ਔਰ ਜਿਹਦੇ ਸਬੂਤ ਮੈਂ ਸਾਰੇ ਦਫ਼ਤਰ ਨੂੰ ਦਿੱਤੇ। ਇਹ ਜਿਹੜਾ 9,82,700 ਰੁਪਈਆ ਪਤਾ ਨਹੀਂ ਇਹਨਾਂ ਨੇ ਕਿਹੜੇ ਹਿਸਾਬ ਨਾਲ ਕੱਢਿਆ। ਓਕੇ, ਮੈਨੂੰ ਇਹਦੇ ਬਾਰੇ ਕੋਈ ਲਿਖਤੀ, ਕੋਈ ਦਸਤਾਵੇਜ਼, ਕੋਈ ਕੁਛ ਨਹੀਂ ਦਿੱਤਾ। ਚੜ੍ਹਦੀ ਕਲਾ ਬਿਊਰੋ ਦੇ ਵਿੱਚ ਲੱਗਾ ਆ ਅਖਬਾਰ? ਹਾਂਜੀ, ਅਖਬਾਰ ਚੜ੍ਹਦੀ ਕਲਾ 10 ਅਗਸਤ 21 ਦੇ ਵਿੱਚ ਹੈਡਿੰਗ ਕੀ ਹੈ ਜੀ ਸਿੰਘ ਸਾਹਿਬ ਦੀ, ਲਾਪਤਾ ਹੋਏ 267 ਸਰੂਪ ਕਦੇ ਛਪੇ ਹੀ ਨਹੀਂ ਸਨ। ਗਿਆਨੀ ਹਰਪ੍ਰੀਤ ਸਿੰਘ ਰਿਕਾਰਡ ਨੂੰ ਸਹੀ ਢੰਗ ਨਾਲ ਨਾ ਰੱਖਣ ਕਾਰਨ ਬੇਨਿਯਮੀਆਂ ਹੋਈਆਂ, ਤੇ ਸਾਨੂੰ ਸਜ਼ਾ ਕਾਹਦੀ ਦੇ ਦਿੱਤੀ? ਗੁੰਮ ਹੋ ਗਏ ਤੇ ਚੋਰੀ ਹੋ ਗਏ, ਦੋ ਫਰਕ ਹੈ। ਗੁੰਮ ਹੋ ਕੇ ਗਵਾਚ ਗਏ, ਚੋਰੀ ਹੋ ਗਏ ਕਿਸੇ ਨੇ ਚੁੱਕ ਲਏ। ਕਿੱਥੇ ਚੁੱਕੇ ਵੀ? ਉਹ ਜਿਹੜਾ ਚੁੱਕਿਆ ਗਿਆ ਜਵਾਹਰ ਕਿਹੜਾ ਜਵਾਹਰ ਸਿੰਘ ਵਾਲੇ ਤੋਂ, ਉਹਦੇ ਤੁਹਾਨੂੰ ਲੱਭਾ ਨਹੀਂ। ਪਾਵਨ ਸਰੂਪਾਂ ਦੀ ਭੇਟਾ ਸੀ, ਉਹ ਕਵਲਜੀਤ ਸਿੰਘ ਆਪ ਖਾ ਗਿਆ, ਉਹਨੇ ਜਮ੍ਹਾਂ ਨਹੀਂ ਕਰਾਏ। LBS ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਮਨਪ੍ਰੀਤ ਸਿੰਘ ਆਜ਼ਾਦ ਲੈ ਕੇ ਹਾਜ਼ਰ ਹੋਇਆ ਹਾਂ ਮਸਲਾ 328 ਸਰੂਪਾਂ ਦਾ। 328 ਸਰੂਪਾਂ ਦਾ ਮਸਲਾ ਜੋ ਕਿ ਕੌਮ ਦੇ ਵਿੱਚ ਬੜਾ ਵੱਡਾ ਵਿਵਾਦ ਪੈਦਾ ਹੋਇਆ ਹੈ, ਔਰ SGPC ਵੱਲੋਂ ਉਹਨਾਂ 328 ਸਰੂਪਾਂ ਦਾ ਕੁਝ ਵੀ ਹਾਲੇ ਤੱਕ ਕੌਮ ਨੂੰ ਹਿਸਾਬ ਕਿਤਾਬ ਨਹੀਂ ਦਿੱਤਾ। ਉਹਨਾਂ ਵੱਲੋਂ ਪੜਤਾਲੀਆ ਕਮਿਸ਼ਨ ਦੁਆਰਾ 3 ਮੁਲਾਜ਼ਮਾਂ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਜਿਹੜਾ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਉਹਨਾਂ 3 ਮੁਲਾਜ਼ਮਾਂ ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ। ਅਪੀਲਾਂ ਦਲੀਲਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਨੇ ਉਹਨਾਂ 3 ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਗਿਆ, ਔਰ ਦੁਬਾਰਾ ਨੌਕਰੀ ਉੱਤੇ ਜਾਣ ਵਾਸਤੇ SGPC ਨੂੰ ਹਦਾਇਤ ਕੀਤੀ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਹਨ ਜੋ ਕਿ ਉਸ ਸਮੇਂ ਕਲਰਕ ਦੀ ਡਿਊਟੀ ਨਿਭਾ ਰਹੇ ਭਾਈ ਬਾਜ ਸਿੰਘ ਜੀ। ਭਾਈ ਬਾਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਪਹਿਲਾ ਸਵਾਲ ਇਹ ਆ ਕਿ ਜਿਹੜੇ ਮਾਰੇ ਦੇ 328 ਸਰੂਪ ਆ, ਉਹ ਕੋਈ ਕਹਿ ਰਿਹਾ ਲਾਪਤਾ ਹੋ ਰਹੇ, ਕੋਈ ਕਹਿ ਰਿਹਾ ਚੋਰੀ ਹੋ ਗਏ, ਕੋਈ ਕਹਿ ਰਿਹਾ ਕਿ ਗੁੰਮ ਹੋ ਗਏ। ਇਹਨਾਂ ਦੇ ਵਿੱਚ ਕੀ ਸੱਚ ਵਾ? ਤੁਸੀਂ ਥੋੜ੍ਹਾ ਜਿਹਾ ਸੰਗਤ ਨੂੰ, ਦਰਸ਼ਕਾਂ ਨੂੰ ਦੱਸਣਾ ਕਰੋ। ਵੀਰ ਜੀ, ਜਿਹੜੇ ਗੁਰੂ ਪਾਤਸ਼ਾਹ ਦੇ 328 ਪਾਵਨ ਸਰੂਪ ਆ ਨਾ, ਇਹ ਨਾ ਤਾਂ ਕਿਤੇ ਗੁੰਮ ਹੀ ਹੋਏ ਆ, ਨਾ ਇਹ ਚੋਰੀ ਹੋਏ ਆ, ਨਾ ਇਹ ਲਾਪਤਾ ਹੋਏ ਆ। ਇਹ ਪਾਵਨ ਸਰੂਪ ਜਿਹੜੇ ਆ ਇਹ ਸੰਗਤਾਂ ਦੇ ਕੋਲ ਗਏ ਨੇ, ਸੰਗਤਾਂ ਦੀ ਮੰਗ ਅਨੁਸਾਰ ਗਏ ਨੇ। ਸੰਗਤ ਚਿੱਠੀ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਭੇਜਦੀ ਸੀ, ਉਹ ਚਿੱਠੀਆਂ ਕਵਲਜੀਤ ਕੋਲ ਜਾਂਦੀਆਂ ਸੀ। ਕਵਲਜੀਤ ਪਾਵਨ ਸਰੂਪਾਂ ਦੀ ਵੰਡ ਕਰਕੇ ਤੇ ਉਹਦੇ ਮੁਤਾਬਕ ਦੁਬਾਰਾ ਆਪਸ ਨੋਟ ਲੈ ਕੇ ਦਫ਼ਤਰ ਨੂੰ ਭੇਜਦਾ ਸੀ। ਦਫ਼ਤਰ ਤੋਂ ਡਿਊਟੀਆਂ ਲੱਗ ਜਾਂਦੀਆਂ ਸੀ। ਜਿਹੜੇ ਪਾਵਨ ਸਰੂਪ ਜਾਂਦੇ ਸੀ ਉਹ ਬਾਈ ਬਿੱਲ ਜਾਂਦੇ ਸੀ, ਬਿੱਲ ਕੱਟ ਕੇ ਜਾਂਦੇ ਸੀ। ਫਰਕ ਕਿੱਥੇ ਪਿਆ? ਪਾਵਨ ਸਰੂਪ ਲਾਪਤਾ ਨਹੀਂ ਹੋਏ। ਫਰਕ ਇਹ ਪਿਆ ਕਿ ਜਿਹੜੇ ਉਹਨਾਂ ਪਾਵਨ ਸਰੂਪਾਂ ਦੀ ਭੇਟਾ ਸੀ ਉਹ ਕਵਲਜੀਤ ਸਿੰਘ ਆਪ ਖਾ ਗਿਆ, ਉਹਨੇ ਜਮ੍ਹਾਂ ਨਹੀਂ ਕਰਾਏ। ਕਵਲਜੀਤ ਸਿੰਘ ਕੌਣ ਸੀ? ਕਵਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਪਬਲੀਕੇਸ਼ਨ ਵਿਭਾਗ, ਉਹਦੇ ਕੋਲ ਪਾਵਨ ਸਰੂਪਾਂ ਦਾ ਚਾਰਜ ਸੀ।
ਤੁਹਾਡੇ ਕੋਲ ਜਿਹੜੀ ਡਿਊਟੀ ਸੀ ਉਹ ਕਲਰਕ ਦੀ ਸੀ? ਮੇਰੇ ਕੋਲ ਮੇਰੀ ਕਲਰਕ ਦੀ ਡਿਊਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਦਫ਼ਤਰ ਦੇ ਵਿੱਚ ਸੀ। ਜਦੋਂ ਪੱਤਰਕਾਵਾਂ ਆਉਂਦੀਆਂ ਸੀ ਉਦੋਂ ਸਾਡੀਆਂ ਡਿਊਟੀਆਂ ਲੱਗਦੀਆਂ ਸੀ, ਕਦੀ ਮੇਰੀ ਲੱਗ ਗਈ, ਕਦੀ ਕਿਸੇ ਹੋਰ ਦੀ ਲੱਗ ਗਈ, ਕਦੀ ਕਿਸੇ ਹੋਰ ਦੀ ਲੱਗ ਗਈ, ਕਦੀ ਕਿਸੇ ਵਾਰੀ ਡਿਊਟੀਆਂ ਲੱਗਦੀਆਂ ਸੀ। ਬਾਈ ਦੇ ਸਾਰੇ ਰੋਜ਼ ਮੇਰੀਆਂ ਹੀ ਨਹੀਂ ਸੀ ਲੱਗਦੀਆਂ, ਬਦਲ ਕੇ ਡਿਊਟੀਆਂ ਲੱਗਦੀਆਂ ਸੀ। ਜਿਹਦਾ ਨਾਮ ਲਿਖ ਕੇ ਭੇਜ ਦਿੰਦਾ ਸੀ ਉਹਦੀ ਡਿਊਟੀ ਲੱਗ ਜਾਂਦੀ ਸੀ, ਸਾਨੂੰ ਮਜਬੂਰਨ ਜਾਣਾ ਪੈਂਦਾ ਸੀ। ਤੁਹਾਨੂੰ ਅਤੇ ਤੁਹਾਡੇ ਜਿਹੜੇ ਦੋ ਸਾਥੀ ਹੋਰ ਆ ਉਹਨਾਂ ਨੂੰ ਕਿਹੜੇ ਦੋਸ਼ ਲਾ ਕੇ ਤੁਹਾਨੂੰ ਸਸਪੈਂਡ ਕੀਤਾ ਗਿਆ? ਦੋਸ਼ ਸਾਡੇ ਤੇ ਨਜਾਇਜ਼ ਲੱਗੇ ਆ, ਜਦ ਕਿ ਇਹਨਾਂ ਦੋਸ਼ਾਂ ਦੇ ਵਿੱਚ ਕੋਈ ਰੱਤੀ ਭਰ ਵੀ ਸੱਚਾਈ ਨਹੀਂ। ਕਿਉਂਕਿ ਇਹਨਾਂ ਨੇ ਸਭ ਤੋਂ ਵੱਡਾ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਬਾਜ ਸਿੰਘ ਕਲਰਕ ਪਬਲਿਕੇਸ਼ਨ ਵਿਭਾਗ। ਦਸੰਬਰ 1983 ਤੋਂ ਮੇਰੀ ਅਪੁਆਇੰਟਮੈਂਟ ਤੋਂ ਲੈ ਕੇ 27 ਅਗਸਤ 2020 ਤੱਕ ਮੇਰੇ ਡਿਸਮਿਸ ਹੋਣ ਤੱਕ ਮੇਰੀ ਇੱਕ ਦਿਨ ਦੀ ਵੀ ਹਾਜ਼ਰੀ ਪਬਲਿਕੇਸ਼ਨ ਵਿਭਾਗ ਵਿੱਚ ਨਹੀਂ ਲੱਗੀ। ਪੜਤਾਲੀਆ ਕਮਿਸ਼ਨਰ ਜਿਹੜੇ ਪੜਤਾਲੀਏ ਪਹਿਲੋਂ ਇੰਸਪੈਕਟਰਾਂ ਨੇ, ਫਲਾਇੰਗ ਸਕੁਐਡ ਨੇ ਪੜਤਾਲ ਕੀਤੀ, ਉਹਦੇ ਵਿੱਚ ਸਾਬਤ ਇਹ ਹੋਇਆ ਕਿ ਇਹ ਲੈਜਰਾਂ ਦੇ ਵਿੱਚ ਕਟਿੰਗ ਹੋਈ ਆ, ਲੈਜਰਾਂ ਦੇ ਵਿੱਚ ਹੇਰਾਫੇਰੀ ਹੋਈ ਆ, ਲੈਜਰਾਂ ਦੇ ਵਿੱਚ ਹੀ ਵਾਧ ਘਾਟ ਕਰਕੇ ਪਾਵਨ ਸਰੂਪ ਗਾਹ ਪਿਛਾਏ। ਪਾਵਨ ਸਰੂਪਾਂ ਦੀ ਉਹ ਸਹੀ ਗਿਣਤੀ ਲੈਜਰਾਂ 'ਚ ਨਹੀਂ ਚੜਾ ਸਕਿਆ। ਸਾਡੇ ਕੋਲੋਂ ਜਿਹੜੇ ਪੈਸੇ ਅਸੀਂ ਲੈ ਕੇ ਆਉਂਦੇ ਸਾਂ ਬਾਹਰਲੇ ਪ੍ਰਬੰਧਕਾਂ ਕੋਲੋਂ ਪੈਸੇ ਲੈ ਕੇ ਆਉਂਦੇ ਸਾਂ, ਉਹ ਪੈਸੇ ਸ਼ਾਹੀ ਕਵਲਜੀਤ ਨੂੰ ਦੇਣੇ ਸਾਂ। ਕਵਲਜੀਤ ਨੇ ਉਹਨਾਂ ਸਮਿਆਂ ਦੇ ਵਿੱਚ ਆਪਣੀ ਲੜਕੀ ਵਿਦੇਸ਼ MBBS ਦਾ ਕੋਰਸ ਕਰਨ ਵਾਸਤੇ ਭੇਜੀ ਸੀ। ਉਹਦੇ 'ਤੇ ਉਹਨੇ 48 ਲੱਖ ਰੁਪਈਆ ਖਰਚਿਆ ਸੀ, ਜਿਹੜਾ ਕਿ ਉਹ ਇਹ ਪੈਸੇ ਵਰਤ ਜਾਂਦਾ ਰਿਹਾ। ਉਹਨੇ ਪੈਸੇ ਦਫ਼ਤਰ ਜਮ੍ਹਾਂ ਨਹੀਂ ਕਰਾਏ। ਅਸਲ ਦੋਸ਼ੀ ਹੈ, ਸਾਨੂੰ ਤਾਂ ਐਵੇਂ ਨਾ ਬਿਨਾਂ ਮਤਲਬ ਤੋਂ ਹੀ ਇਹਨਾਂ ਦੋਸ਼ੀ ਸਾਬਤ ਕਰ ਦਿੱਤਾ। ਸਿੰਘ ਜੀ, ਇੱਕ ਸਵਾਲ ਇੱਥੇ ਪੈਦਾ ਹੁੰਦਾ ਔਰ ਲੋਕਾਂ ਦਾ ਵੀ ਇੱਕ ਸਵਾਲ ਹੋਇਆ ਕਿ ਤੁਹਾਡੇ ਕੋਲ ਕੀ ਸਬੂਤ ਹਨ ਕਿ ਤੁਸੀਂ ਪੈਸੇ ਜਮ੍ਹਾਂ ਕਰਾਏ ਹਨ? ਮੇਰੇ ਕੋਲ ਸਬੂਤ ਇਹ ਹੈਗਾ ਕਿ ਜਿਹੜੀ ਮੇਰੀ ਵਾਰਤਾਲਾਪ ਹੁੰਦੀ ਰਹੀ ਆ ਕਵਲਜੀਤ ਸਿੰਘ ਦੇ ਨਾਲ, ਮੇਰੇ ਕੋਲ ਉਹਦੀਆਂ ਰਿਕਾਰਡਿੰਗਾਂ ਨੇ ਜਿਹਦੇ ਵਿੱਚ ਉਹ ਸਭ ਕੁਝ ਮੰਨਦਾ ਪਿਆ ਹੈ, ਔਰ ਜਿਹਦੇ ਸਬੂਤ ਮੈਂ ਸਾਰੇ ਦਫ਼ਤਰ ਨੂੰ ਦਿੱਤੇ ਆ, ਔਰ ਦਫ਼ਤਰ ਵੀ ਇਸ ਗੱਲ ਨੂੰ ਜ਼ੁਬਾਨੀ ਮੰਨਦਾ ਹੈ। ਕੀ ਸਬੂਤ ਹਨ ਕਿ ਤੁਸੀਂ ਪੈਸੇ ਜਮ੍ਹਾਂ ਕਰਾਏ ਹਨ? ਮੇਰੇ ਕੋਲ ਸਬੂਤ ਇਹ ਹੈਗਾ ਕਿ ਜਿਹੜੀ ਮੇਰੀ ਵਾਰਤਾਲਾਪ ਹੁੰਦੀ ਰਹੀ ਆ ਕਵਲਜੀਤ ਸਿੰਘ ਦੇ ਨਾਲ, ਮੇਰੇ ਕੋਲ ਉਹਦੀਆਂ ਰਿਕਾਰਡਿੰਗਾਂ ਨੇ ਜਿਹਦੇ ਵਿੱਚ ਉਹ ਸਭ ਕੁਝ ਮੰਨਦਾ ਪਿਆ ਹੈ, ਔਰ ਜਿਹਦੇ ਸਬੂਤ ਮੈਂ ਸਾਰੇ ਦਫ਼ਤਰ ਨੂੰ ਦਿੱਤੇ ਆ, ਔਰ ਦਫ਼ਤਰ ਵੀ ਇਸ ਗੱਲ ਨੂੰ ਜ਼ੁਬਾਨੀ ਮੰਨਦਾ ਹੈ ਕਿ ਬਾਜ ਸਿੰਘ ਤੇਰਾ ਦੋਸ਼ ਕੋਈ ਨਹੀਂ। ਪਰ ਪਤਾ ਨਹੀਂ ਕੀ ਗੱਲ ਕਿ ਉਹਨੂੰ ਬਚਾਉਣ ਦੀ ਖਾਤਰ ਸਾਨੂੰ ਦੋਸ਼ੀ ਗਰਦਾਨਤਾ ਇਹਨਾਂ ਨੇ। ਉਹ ਕਹੋ ਤੇ ਮੈਂ ਤੁਹਾਨੂੰ ਰਿਕਾਰਡਿੰਗਾਂ ਸੁਣਾ ਸਕਦਾ। ਕਿਹੜੀਆਂ ਰਿਕਾਰਡਿੰਗਾਂ? ਉਹ ਜਿਹੜੀਆਂ ਮੇਰੀ ਤੇ ਕਵਲਜੀਤ ਦੀ ਵਾਰਤਾਲਾਪ ਹੋ ਰਹੀ ਆ। ਇਹ ਪੈਸੇ ਦੀਆਂ ਰਿਕਾਰਡਿੰਗਾਂ? ਪੈਸੇ ਦੀਆਂ ਰਿਕਾਰਡਿੰਗਾਂ ਹੈ, ਜਿੱਥੇ ਉਹ ਮੰਨਦਾ ਕਿ ਮੈਂ ਆਪਣੀ ਲੜਕੀ ਉਹਦੀ ਲੜਕੀ ਨੂੰ ਪੈਸੇ ਭੇਜੇ, ਮੈਂ ਉਹਦੇ ਨਾਲ ਸਾਰੀ ਗੱਲਬਾਤ ਕਰਦਾ ਪਿਆ, ਬਕਾਇਦਾ ਸਾਰੀ ਅਮਾਊਂਟ ਵੀ ਮੰਨਦਾ ਪਿਆ ਵੀ ਇੰਨੀ ਪਹਿਲੀ ਆ, ਇੰਨੀ ਬਾਅਦ ਵਾਲੀ ਆ। ਸੁਣਾਓ ਕਿਹੜੀਆਂ ਰਿਕਾਰਡਿੰਗਾਂ? ਇਹ ਬਾਜ ਸਿੰਘ ਜੀ ਜਿਹੜੇ ਕਲਰਕ ਦੀ ਡਿਊਟੀ ਨਿਭਾ ਰਹੇ ਸੀ, ਰਿਕਾਰਡਿੰਗਾਂ ਹਨ ਜਿਹੜੀਆਂ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਸਨ। जी हाँ जी, हाँ मैं आ गया, बस मैं बाहर इधर आ बैठे तो पहले किन्ने सारे अपने दबाव से नहीं है पहले बिलों के ਉਹ 5,03,276 276 ਤੇ 80,600 ਇਹ ਲਖਨਊ ਵਾਲਾ ਬਿੱਲ ਹੈ ਨਾ। ਇਹ ਤੇ ਚੁੱਪ ਕਰਕੇ ਹੁਣ ਕਰਾ ਦੇ, ਇਹ ਲਾ ਲਵਾਂਗੇ, ਇਹ ਗੱਲ ਕਰ ਰਹੀ ਨਹੀਂ ਨਾ ਗੱਲ ਕੋਈ। ਇਹ ਕਵਲਜੀਤ ਕਹਿ ਰਿਹਾ? ਇਹ ਕਵਲਜੀਤ ਕਹਿ ਰਿਹਾ। ठीक है ओके राजन भी चुप करके कर ला। ठीक है, फोन कितने मैं आउंदा दफ्तर आउंदा तेरे कभी आउं लगा आ तो रहा तो करो तुर पिया मैं हुण दूजी रिकॉर्डिंग सुनो। ओके आ जा। अच्छा गल सुनो यार, पैसे तो तू लड़की ਨੂੰ ਭੇਜੇ ਸੀਗਾ ਤੇ ਜੇ ਹੁਣ ਆਪਾਂ ਕਿਤਰਾ ਜਮਾ ਕਰਾਈਏ ਹੁਣ ਫਿਰ ਉਦੋਂ ਪੈਸੇ ਤੂੰ ਕੁੜੀ ਨੂੰ ਭੇਜ ਦਿੱਤੇ। ਨਹੀਂ ਤੇ ਮੈਂ ਤਾਂ ਨਹੀਂ ਯਾਰ, ਮਹੀਨਾ ਪਹਿਲਾਂ ਮੇਰੀ ਗੱਲ ਸੁਣ, ਅੱਖ ਤੇ ਦਿਆ ਤੇ ਹੁਣ ਗੱਲ ਹੁਣ ਤੇ ਪੈ ਗਿਆ ਰੌਲਾ। ਕੁੜੀ ਨੂੰ ਪੈਸੇ ਤੂੰ ਭੇਜੋ ਤਾਂ ਤੈਨੂੰ ਮੈਂ ਕਿਹਾ ਵੀ ਕਿ ਮੈਂ ਬਿੱਲਾਂ ਦੇ ਪੈਸੇ ਹੈਗੇ, ਬਿੱਲ ਦੇ ਤੇ ਤੂੰ ਪਹਿਲਾਂ ਗੱਲ ਸੁਣ। ਪਾਸੇ ਨਾ ਹੁਣ ਤਾਂ ਚੁੱਪ ਕਰ ਜਮਾ ਕਰਾ, ਉਹਨੂੰ ਕਰ ਦੂਗਾ ਜਮਾ। ਉਹ ਤਾਂ ਪੁਰਾਣਿਆਂ ਦੀ ਗੱਲ ਹੈ ਨਾ। ਆਹੋ, ਇਹ ਤਾਂ ਨਵੇਂ ਜਮਾ ਹੋ ਜਾਣਗੇ। ਇਹਨੂੰ ਕੀ ਹਾਂ, ਇਹ ਨਵੇਂ ਜਮਾ ਹੋ ਜਾਣਗੇ। ਆਹੋ, ਤੇ ਪੁਰਾਣੇ ਵੀ ਕਰਾਉਣੇ ਆ ਨਾ। ਉਹ
ਪੁਰਾਣੇ ਬਾਅਦ 'ਚ ਹੋ ਜਾਣਗੇ, ਨਵੇਂ ਤਾਂ ਕਰਾ ਦੂੰ। ਚਲੋ ਠੀਕ ਹੈ, ਹਾਂ ਇਹਨਾਂ ਨੂੰ ਕੱਲ ਇਹ ਰਿਕਾਰਡਿੰਗਾਂ ਇਹ ਕਵਲਜੀਤ ਸਿੰਘ ਦੀਆਂ ਜਿਹੜਾ ਕਿ ਇਹ ਮੰਨ ਰਹੇ ਆ ਕਿ ਪੈਸੇ ਤੁਸੀਂ ਜਮ੍ਹਾਂ ਕਰਾਏ ਸਨ। ਉਹ ਜਿਹੜੇ ਅਗਲੇ ਪੈਸੇ ਉਹ ਤੇ 5 ਲੱਖ ਕੁਝ ਦੀ ਗੱਲ ਚੱਲਦੀ, ਜਿਹੜੇ ਅਗਲੇ ਪੈਸੇ ਸੀ ਉਹਨਾਂ ਦਾ ਅਗਲੇ ਪੈਸੇ ਜਿਹੜਾ ਮੇਰੇ ਖਿਆਲ 9 ਲੱਖ ਕਿ ਕਿੰਨੇ ਪੈਸਿਆਂ ਦਾ ਚੱਲ ਰਿਹਾ ਮਸਲਾ। ਇਹ ਜਿਹੜਾ 9,82,700 ਰੁਪਇਆ ਪਤਾ ਨਹੀਂ ਇਹਨਾਂ ਨੇ ਕਿਹੜੇ ਹਿਸਾਬ ਨਾਲ ਕੱਢੇ ਆ। ਓਕੇ, ਮੈਨੂੰ ਇਹਦੇ ਬਾਰੇ ਕੋਈ ਲਿਖਤੀ, ਕੋਈ ਦਸਤਾਵੇਜ਼, ਕੋਈ ਕੁਛ ਨਹੀਂ ਦਿੱਤਾ। ਇਹ ਪੈਸੇ ਨਹੀਂ ਸੀ। ਹਾਂ, ਜਿਹੜੇ ਉਹਦੇ ਪੈਸੇ ਵਰਤੇ ਇਹਨਾਂ ਨੇ ਹੋ ਸਕਦਾ ਮੇਰੇ ਖਾਤੇ ਪਾ ਕੇ ਤੇ ਮੈਨੂੰ ਮਤਲਬ ਵੀ ਉਹਦੀ ਬਚਤ, ਉਹਦੀ ਪੁਸ਼ਤ ਪਨਾਹੀ ਕਰਦੇ ਰਹੇ, ਸ਼ੁਰੂ ਤੋਂ ਹੀ ਕਰਦੇ ਰਹੇ। ਉਹਨੂੰ 2010-11 ਦੇ ਵਿੱਚ ਵੀ ਉਹਨੇ ਹੇਰਾਫੇਰੀ ਕੀਤੀ ਸੀ। ਉਹਨੂੰ 48,000 ਰੁਪਇਆ ਪਿਆ ਸੀ। ਕੱਢਿਆ। ਮੈਂ ਯੂਪੀ ਦੇ ਵਿੱਚ ਮੈਰਿਜ ਤੇ ਗਿਆ ਸਾਂ, ਮੈਨੂੰ ਉੱਥੇ ਪਤਾ ਲੱਗਾ, ਮੈਂ ਉੱਥੋਂ ਭੱਜ ਆਇਆ। ਸਾਰਾ ਪਰਿਵਾਰ ਉੱਥੇ ਛੱਡ ਕੇ ਮੈਂ ਰਾਤੋਂ ਰਾਤ ਇੱਥੇ ਭੱਜ ਕੇ ਆਇਆ। ਮੈਂ ਆਣ ਕੇ ਪੁੱਛਿਆ, ਮੈਨੂੰ ਇਹਨੇ ਬੜਾ ਭੰਬਲ ਭੂਸਾ ਹੀ ਪਾਇਆ। 2 ਮਹੀਨੇ ਲਗਾਤਾਰ ਕਦੀ ਯਾਰ ਮੈਂ ਪੈਸੇ ਜਮ੍ਹਾਂ ਕਰਾਇਆ, ਮੈਨੂੰ ਚੇਤਾ ਨਹੀਂ ਆਉਂਦਾ, ਲੈਜਰਾਂ 'ਚ ਮੇਰੇ ਕੋਲ ਐਂਟਰੀਆਂ ਮਿਸ ਹੋ ਗਈਆਂ ਨੇ। ਫਿਰ ਭਾਜੀ ਅਸੀਂ 2 ਮਹੀਨੇ ਕੱਲੀ ਲੈਜਰ ਦਾ ਕੱਲਾ ਪੇਜ ਫੋਲਾ ਵਿੱਚੋਂ ਪੈਸਾ ਕਿਤੇ ਨਹੀਂ ਨਿਕਲਿਆ ਜੀ। ਬਾਦ ਸਿੰਘ ਜੀ, ਇੱਕ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਜਿਹੜੇ 328 ਸਰੂਪ ਜਿਹੜੇ ਜਾਂ ਹੋਰ ਵੀ ਸਰੂਪ ਜਿਹੜੇ ਛਾਪੇ ਜਾਂਦੇ, ਛਪਾਈ ਕਿੰਨੀ ਕੁ ਸੇਫਟੀ ਦੇ ਵਿੱਚ ਉਹ ਸਰੂਪ ਛਾਪੇ ਜਾਂਦੇ ਜਾਂ ਕਿਸ ਨੂੰ ਦਿੱਤੇ ਜਾਂਦੇ? ਦੇਖੋ, ਜਿਹੜਾ ਪਾਵਨ ਸਰੂਪ ਛਪਦਾ ਹੈ ਉਹ ਤਾਂ ਥੱਲੇ ਗੋਲਡਨ ਆਫਸਰ ਪ੍ਰੈਸ ਦੇ ਵਿੱਚ ਛਪਦਾ, ਉੱਥੇ ਤਾਂ ਚਿੜੀ ਵੀ ਪਰ ਨਹੀਂ ਮਾਰ ਸਕਦੀ, ਇੰਨੀ ਸਿਕਿਉਰਿਟੀ ਹੁੰਦੀ ਹੈ। ਸਰੂਪ ਤੇ ਉੱਥੋਂ ਹੀ ਲੈ ਕੇ ਜਾਏਗੇ ਹੁਣ? ਸਰੂਪ ਉੱਥੋਂ ਨਹੀਂ, ਸਰੂਪ ਉੱਥੋਂ ਛਪ ਕੇ ਫਰਮੇ ਜਾਂਦੇ ਆ ਉੱਤੇ ਠੇਕੇਦਾਰਾਂ ਕੋਲ। ਓਕੇ, ਠੇਕੇਦਾਰ ਉੱਤੇ ਜਲਦਬੰਦੀ ਕਰਦੇ ਆ, ਕਾਟ ਛਾਟ ਕਰਦੇ ਆ। ਫਿਰ ਉਹਨਾਂ ਦੀ ਸਦਾਈ ਹੁੰਦੀ ਆ। ਸਦਾਈ ਹੋਣ ਤੋਂ ਬਾਅਦ ਉਹ ਮੁੜ ਕੇ ਪਾਵਨ ਸਰੂਪ ਕਵਲਜੀਤ ਕੋਲ ਆਉਂਦੇ ਆ। ਕਵਲਜੀਤ ਉੱਥੋਂ ਮੁੜ ਕੇ ਪਾਵਨ ਸਰੂਪ ਜਿਹੜਾ ਹੈ ਉਹ 22 ਬਿੱਲ ਕੱਟ ਕੇ ਦਿੰਦਾ ਰਿਹਾ, ਔਰ ਬਿੱਲਾਂ ਦੇ ਪੈਸੇ ਹੀ ਕਵਲਜੀਤ ਨੇ ਖਾਧੇ ਆ। ਪਾਵਨ ਸਰੂਪ ਕਿਤੇ ਗਲਤ ਜਗ੍ਹਾ ਨਹੀਂ ਗਏ। ਪਾਵਨ ਸਰੂਪ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੀ ਗਏ ਆ, ਪਾਵਨ ਸਰੂਪ ਸੰਗਤ ਕੋਲ ਹੀ ਗਏ ਆ। ਕਿਹੜੀ ਤਰੀਕ ਨੂੰ ਤੁਹਾਨੂੰ ਸਸਪੈਂਡ ਕੀਤਾ ਜਾਂਦਾ? ਸਾਨੂੰ 27 ਅਗਸਤ 2020 ਨੂੰ ਸਸਪੈਂਡ ਕੀਤਾ ਜਾਂਦਾ ਹੈ। ਬੜੇ ਤਰਲੇ ਕੀਤੇ ਸਾਰੇ, ਕੋਈ ਨਾ ਤੇਲੰਗਾਨਾ ਤੋਂ ਲਿਆ ਕੇ ਕਮਿਸ਼ਨ ਵੀ ਬਿਠਾਇਆ ਸੀ। ਉਹ ਕਮਿਸ਼ਨ ਨੂੰ ਵੀ ਅਸੀਂ ਮਤਲਬ ਵੀ ਸਫਾਈਆਂ ਦਿੱਤੀਆਂ। ਫਿਰ ਉਹ ਕਮਿਸ਼ਨ ਮੰਨਦਾ ਵੀ ਆ, ਮੇਰੀਆਂ ਰਿਕਾਰਡਿੰਗਾਂ ਸੁਣ ਕੇ, ਮੇਰੇ ਬਿਆਨ ਸੁਣ ਕੇ, ਕਹਿੰਦਾ ਬਾਜ ਸਿੰਘ ਤੇਰਾ ਕੋਈ ਕਸੂਰ ਨਹੀਂ ਬਣਦਾ। ਉੱਥੇ ਮਹਿੰਦਰ ਸਿੰਘ ਆਲੀ ਵੀ ਬੈਠਾ ਸੀ ਜੀ, ਉੱਥੇ ਪ੍ਰਤਾਪ ਸਿੰਘ ਵੀ ਬੈਠਾ ਸੀ ਉੱਥੇ। ਫਿਰ ਇਹਨਾਂ ਮੈਨੂੰ ਕਿਹਾ ਵੀ ਤੂੰ ਜਾ, ਤੇਰਾ ਕੋਈ ਦੋਸ਼ ਨਹੀਂ ਬਣਦਾ। ਫਿਰ ਜੇ ਮੇਰਾ ਉਦੋਂ ਦੋਸ਼ ਨਹੀਂ ਬਣਦਾ, ਬਾਅਦ 'ਚ ਮੈਂ ਦੋਸ਼ੀ ਕਿਸ ਤਰ੍ਹਾਂ ਹੋ ਗਿਆ? ਕਿਹੜਾ ਕਦਮ ਬਾਅਦ ਤੁਹਾਡੇ ਵੱਲੋਂ ਚੁੱਕਿਆ ਗਿਆ? ਫਿਰ ਅਸੀਂ ਜਦੋਂ ਸਾਡੀ ਕੋਈ ਸੁਣਾਈ ਨਹੀਂ ਹੋਈ, ਨਾ ਸਾਡੀ ਜਥੇਦਾਰ ਨੇ ਸੁਣੀ, ਨਾ ਸਾਡੀ ਕਿਸੇ ਨੇ ਨਹੀਂ ਕੀ ਸੁਣੀ। ਜਥੇਦਾਰ ਤੱਕ ਪਹੁੰਚ ਕੀਤੀ? ਜਥੇਦਾਰ ਤੱਕ ਵੀ ਪਹੁੰਚ ਕੀਤੀ। ਜਥੇਦਾਰ ਤੱਕ ਇੱਥੇ ਇਹਨਾਂ ਦੀ 25 ਅਗਸਤ 2020 ਨੂੰ ਮੀਟਿੰਗ ਸੀ ਤੇ 24 ਅਗਸਤ 2020 ਨੂੰ ਮੈਨੂੰ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲਿਆਂ ਸੱਦਿਆ। ਕਹਿੰਦਾ ਬਾਜ ਸਾਹਿਬ ਤੇਰਾ ਨਾਂ ਵਿੱਚ ਆਉਂਦਾ? ਮੈਂ ਕਿਹਾ ਹਾਂਜੀ ਆਉਂਦਾ, ਕਿਉਂਕਿ ਪੁਰਾਣਾ ਸੱਜਣ ਸੀ, ਸੱਜਣ ਨੂੰ ਸੱਜਣ ਦਾ ਦੁੱਖ ਹੁੰਦਾ ਹੈ। ਮੈਨੂੰ ਕਹਿੰਦਾ ਕਿ ਫੇਰ? ਮੈਂ ਕਿਹਾ ਮੈਂ ਉਹਨੂੰ ਰਿਕਾਰਡਿੰਗਾਂ ਦਿਖਾਈਆਂ, ਸਭ ਕੁਝ ਦਿਖਾਇਆ, ਐਫੀਡੇਵਿਟ ਦਿੱਤੇ ਇਹਨਾਂ ਨੂੰ, ਸਭ ਕੁਝ ਜਿਹੜੇ ਉਹਦੇ ਮੇਰੇ ਕੋਲ ਆਏ ਸੀ ਕਵਲਜੀਤ ਦੇ, ਜੋ ਉਹਨੇ ਕਰਤੂਤਾਂ ਕੀਤੀਆਂ ਸੀ। ਸੰਗਤਾਂ ਕੋਲ ਆਏ ਸੀ, ਮੈਂ ਕੋਈ ਜਿੱਥੋਂ ਜੋ ਵੀ ਉਹਨੇ ਕਰਤੂਤਾਂ ਕੀਤੀਆਂ ਮੈਂ ਸਭ ਕੁਝ ਦਿੱਤਾ। ਕਹਿੰਦਾ ਬਾਜ ਸਿੰਘ ਤੈਨੂੰ ਸਵੇਰੇ ਮੀਟਿੰਗ 'ਚ ਸੱਦੀਏ ਤੇ ਆਏਗਾ? ਮੈਂ ਕਿਹਾ ਜੀ ਜ਼ਰੂਰ ਆਊਂਗਾ, ਜਦ ਤਖਤ ਸਾਹਿਬ ਦਾ ਹੁਕਮ ਹੋਵੇ ਤਾਂ ਅਸੀਂ ਨਾ ਆਈਏ। ਸਵੇਰੇ ਮੈਨੂੰ ਉਹਨੇ 8:30 ਵਜੇ ਫੇਰ ਸੱਦਿਆ। ਫਿਰ ਮੈਂ ਉਹਦੇ ਦਫ਼ਤਰ ਘਰ 'ਚ ਗਿਆ, ਰਹਿਸ਼ ਉਹਦੀ ਜਿੱਥੇ ਸਿੰਘ ਸਾਹਿਬਾਂ ਦੀ ਰਹਿਸ਼ ਆ, ਉਸ ਪਾਸੇ ਮੈਂ ਗਿਆ, ਆਟਾ ਮੰਡੀ ਬਾਈ ਵਾਲੀ ਸਾਈਡ 'ਤੇ। ਫਿਰ ਉੱਥੇ ਜਾ ਕੇ ਉਹਨੇ ਫਿਰ ਦੁਬਾਰਾ ਸੁਣੀਆਂ ਨੇ, ਫਿਰ ਉਹਨੇ ਸਾਰੀਆਂ ਮੇਰੇ ਤੋਂ ਲਈਆਂ ਨੇ। ਫਿਰ ਕਹਿੰਦਾ ਤੂੰ ਹੁਣ ਇੱਥੇ ਬਹਿ ਜਾ, ਤੈਨੂੰ ਅਸੀਂ ਸੱਦਾਂਗੇ। ਮੈਂ ਕਿਹਾ ਜੀ ਇੱਥੇ ਮੈਂ ਘਰ 'ਚ ਕੀ ਬਹਿਣਾ, ਚਲੋ ਮੈਂ ਥੱਲੇ ਬੈਠਦਾ ਚੱਲ ਕੇ। ਮੈਂ ਅਕਾਲ ਤਖਤ ਸਾਹਿਬ ਦੇ ਥੱਲੇ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਬੈਠਾ। ਮੈਨੂੰ ਕਿਸੇ ਨੇ ਨਹੀਂ ਸੱਦਿਆ। ਸ਼ਾਮੀ ਸਾਡੇ ਖਿਲਾਫ ਫੈਸਲਾ ਆ ਗਿਆ। ਦੇਖੋ 1110 ਪੇਜ ਦੀ ਰਿਪੋਰਟ ਈਸ਼ਰ ਸਿੰਘ ਨੇ 1 ਮਹੀਨੇ 'ਚ ਤਿਆਰ ਕੀਤੀ, ਨਹੀਂ ਹੋ ਸਕਦੀ। 1110 ਪੇਜ ਦੀ ਰਿਪੋਰਟ 1 ਮਹੀਨੇ ਦੇ ਵਿੱਚ ਤਿਆਰ ਹੁੰਦੀ ਆ। 1 ਘੰਟੇ ਦੇ ਵਿੱਚ ਜਥੇਦਾਰ ਅਕਾਲ ਤਖਤ ਪੜ੍ਹ ਲੈਂਦਾ, 1 ਘੰਟੇ ਦੇ ਵਿੱਚ 5 ਸਿੰਘ ਸਾਹਿਬ ਪੜ੍ਹ ਲੈਂਦੇ ਆ, 1 ਘੰਟੇ ਦੇ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ 15 ਪੜ੍ਹ ਲੈਂਦੇ ਆ, 1 ਘੰਟੇ 'ਚ ਚੰਡੀਗੜ੍ਹ ਜਾ ਕੇ ਪੜ੍ਹੀ ਜਾਂਦੀ ਹੈ, ਉਸੇ 1 ਘੰਟੇ ਦੇ ਵਿੱਚ ਸਾਡੇ 'ਤੇ ਫੈਸਲਾ ਜਾਂਦਾ। ਕਿੰਨਾ ਇੱਕ ਫਾਸਟ ਬੰਦੇ ਆ ਭਲਾ ਵੇ। ਪਲਾਨ ਦੇ ਤਹਿਤ ਸਾਰਾ ਕੰਮ, ਪਲਾਨ ਦੇ ਉੱਤੇ ਸਾਨੂੰ ਦੋਸ਼ੀ ਗਰਦਾਨਿਆ ਗਿਆ ਸਿਰਫ ਕਵਲਜੀਤ ਨੂੰ ਬਚਾਉਣ ਦੀ ਖਾਤਰ। ਉਹਨੂੰ ਬਾਏ ਇੱਜ਼ਤ ਨਾਲ ਰਿਟਾਇਰ ਕੀਤਾ ਹੈ, ਉਹਦੀ ਪੂਰੀ ਮਾਨ ਸਨਮਾਨ ਨਾਲ ਉਹਨੂੰ ਰਿਟਾਇਰ ਕੀਤਾ। ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕਰਦੇ, ਪਹਿਲਾਂ ਕਿਉਂ ਨਹੀਂ ਕੀਤੀ? ਤੁਹਾਡੇ ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ, ਔਰ ਅਪੀਲ ਕਰਨ ਤੋਂ ਪਹਿਲਾਂ ਤੁਹਾਨੂੰ ਲੱਗਾ ਨਹੀਂ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਬਾਹਰ ਧਰਨਾ ਲਾ ਕੇ ਬੈਠੀਆਂ ਸੀ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਵਿਰੋਧ ਕਰਦੀ, ਉਹਨਾਂ ਤੱਕ ਪਹੁੰਚ ਕੀਤੀ ਜਾਵੇ? ਅਸੀਂ ਕੀਤੀ ਸੀ।
ਅਸੀਂ ਕਿਹੜੀਆਂ ਜਥੇਬੰਦੀਆਂ ਤੱਕ ਪਹੁੰਚ ਗਏ? ਅਸੀਂ ਦਿਲਬਾਗ ਸਿੰਘ ਸੁਲਤਾਨਵਿੰਡ ਕੋਲ ਵੀ ਪਹੁੰਚ ਕੀਤੀ ਆ, ਓਕੇ ਪਰਮਜੀਤ ਅਕਾਲੀ ਕੋਲ ਵੀ ਪਹੁੰਚ ਕੀਤੀ ਆ। ਇਹ ਸਾਰੇ ਇਕੱਠੇ ਹੀ ਸੀ, ਇਹਨਾਂ ਕੋਲ ਅਸੀਂ ਪਹੁੰਚ ਕੀਤੀ ਆ। ਅਸੀਂ ਸੁਲਤਾਨਵਿੰਡ ਰੋਡ ਤੇ ਦਿਲਬਾਗ ਸਿੰਘ ਡਾਲੇਟਕੇ ਨੂੰ ਮਿਲੇ, ਸਾਰੀ ਗੱਲ ਦੱਸੀ ਆ। ਫਿਰ ਅਸੀਂ ਮਹਾਂਪੁਰਸ਼ਾਂ ਕੋਲ ਗੱਲ ਜਾ ਕੇ ਆਪਣੀ ਫਰਿਆਦ ਕੀਤੀ ਆ, ਆਪਣਾ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਕੋਲ। ਉਹਨਾਂ ਨੇ ਵੀ ਇਹਨਾਂ ਨੂੰ ਸਾਡੇ ਸਾਹਮਣੇ ਕਿਹਾ ਹੈ, ਭਾਈ ਸੱਚ ਨਿਬੇੜੋ, ਐਵੇਂ ਰੌਲਾ ਨਾ ਪਾਓ। ਪਰ ਇਹ ਬੰਦੇ ਜਿਹੜੇ ਆ ਨਾ, ਇਹ ਸਰਕਾਰੀ ਨੇ। ਕਿਉਂ? ਇਹ ਕਿਹੜੇ ਬੰਦੇ? ਇਹ ਜਿਹੜੇ ਜਥੇਬੰਦੀ ਉੱਥੇ ਬੈਠੀਆਂ ਸੀ ਉਸ ਵੇਲੇ, ਜਿਹੜੀਆਂ ਉੱਥੇ ਲੰਗਰਹਾਲ ਦੇ ਕੋਲ ਮੰਜੀ ਸਾਹਿਬ ਦੇ ਬਾਹਰ ਧਰਨੇ ਤੇ, ਇਹਨਾਂ ਨੂੰ ਬਿਠਾਉਣ ਵਾਲੇ ਵੀ ਇਹ ਦੋ ਬੰਦੇ ਨੇ। ਕਿਹੜੇ ਕਿਹੜੇ? ਇੱਕ ਮਹਿੰਦਰ ਸਿੰਘ ਆਲੀ ਤੇ ਸੁਖਦੇਵ ਸਿੰਘ ਭੂਰਾ। ਓਕੇ। ਕਿਉਂਕਿ ਇਹ ਜਿਹੜੇ 5-7 ਬੰਦੇ ਮੁਖੀ ਸੀ ਨਾ ਜਥੇਬੰਦੀਆਂ ਦੇ, ਇਹਨਾਂ ਦੀ 3 ਦਿਨ ਲਗਾਤਾਰ ਸੁਖਦੇਵ ਸਿੰਘ ਭੂਰੇ ਦੇ ਦਫ਼ਤਰ ਦੇ ਵਿੱਚ ਚਾਹ ਪਾਣੀ ਵੀ ਪੀਂਦੇ ਰਹੇ ਨੇ, ਉੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਇਹ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਬੈਠੀਆਂ? ਜਥੇਬੰਦੀਆਂ ਉੱਥੇ ਬੈਠੀਆਂ, ਖਾੜਕੂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਅਖਵਾਉਂਦੀਆਂ ਨੇ। ਫਿਰ ਜਿੱਦਣ ਇਹ ਜਥੇਬੰਦੀ ਬੈਠੀ ਹੈ ਧਰਨੇ ਤੇ, 12 ਵਜੇ ਗੁਰੂ ਹਰਗੋਬਿੰਦ ਨਿਵਾਸ ਦੇ ਕਮਰਾ ਨੰਬਰ 13 ਦੇ ਵਿੱਚ ਇਹਨਾਂ ਇਕੱਠਿਆਂ ਬਹਿ ਕੇ ਰੋਟੀ ਖਾਧੀ ਆ, ਸਮੇਤ ਆਲੀ ਸਮੇਤ ਭੂਰੇ ਦੇ, ਸੁਖਦੇਵ ਸਿੰਘ ਭੂਰੇ ਦੇ ਸਮੇਤ। ਕਿਹੜੀ ਤਰੀਕ ਨੂੰ? ਤਰੀਕ ਮੇਰੀ ਯਾਦ ਨਹੀਂ ਉਹ, ਓਕੇ। ਮੈਂ ਝੂਠ ਬੋਲੀ ਜਾਵਾਂ, ਤਰੀਕ ਮੇਰੇ ਵਿਸਰ ਗਈ ਆ। ਜਿੱਦਣ ਇਹ ਉੱਥੇ ਬੈਠੇ ਆ ਤੇ 12 ਵਜੇ ਰੋਟੀ ਖਾ ਕੇ ਬਾਅਦ ਦੁਪਹਿਰ ਉੱਥੇ ਬਹਿ ਗਏ। ਇਹ ਕਿਉਂ ਰੋਟੀਆਂ ਖਵਾਉਂਦੇ ਫਿਰਦੇ, ਕਿਉਂ ਬਿਸਕੁਟ ਚਾਵਾਂ ਪਾਉਂਦੇ? ਜਦੋਂ ਆਪਣੇ ਖਿਲਾਫ ਬੋਲਦੇ ਕੀ ਲੱਗਦੇ ਸੀ? ਉਹਨਾਂ ਦੇ ਰਿਸ਼ਤੇਦਾਰ ਸੀ ਇਹ, ਜਾਂ ਇਹ ਉਹਨਾਂ ਦੇ ਰਿਸ਼ਤੇਦਾਰ ਸੀ? ਕੀ ਲੱਗਦੇ ਸੀ ਉਹਨਾਂ ਦੇ? ਇਹ ਬਿਠਾਉਣ ਵਾਲੇ ਵੀ ਇਹ ਆ, ਸਾਰਾ ਕਾਰਜ ਕਰਨਾ, ਕੌਮ ਨੂੰ ਭੰਬਲ ਭੂਸੇ ਹੀ ਪਾਉਣ ਵਾਲੇ। ਕਹਿਣ ਦਾ ਮੁਤਾਬਕ ਹੀ ਇਹ ਜਿਹੜਾ ਧਰਨਾ ਲੱਗਾ, ਇਹ ਐਜੀਪੀਸੀ ਨੇ ਖੁਦ ਲਵਾਇਆ? ਖੁਦ ਲਵਾਇਆ। ਐਸਜੀਪੀਸੀ ਨੇ ਨਹੀਂ। ਕਾਰਨ? ਐਸਜੀਪੀਸੀ ਨੇ ਨਹੀਂ, ਜੀ, ਇਹ ਸਿਰਫ ਭੂਰੇ ਨੇ ਤੇ ਆਲੀ ਨੇ ਲਵਾਇਆ। ਕਿਉਂ? ਕਿਹੜੇ ਕਾਰਨ? ਕਾਰਨ ਇਹ ਕਿ ਇਹ ਬੰਦੇ ਜਿਹੜੇ ਆ, ਕੁਝ ਇਹਦੇ ਵਿੱਚ ਮਨਜੀਤ ਸਿੰਘ ਆ ਜਾਂ ਉੱਚ ਅਧਿਕਾਰੀ ਸੀ, ਜਿਹੜੇ ਉਸ ਵੇਲੇ ਮੌਕਿਆਂ 'ਤੇ ਆਣ ਕੇ ਇਹਨਾਂ ਨੇ ਮੁੱਖ ਸਕੱਤਰ ਬਣਿਆ ਵੀ ਇਹਨਾਂ ਨੂੰ ਪਾਸੇ ਕਰੀਏ ਰਲਾ ਕੇ, ਤੇ ਅਸੀਂ ਆਪਦੇ ਮੁੱਖ ਸਕੱਤਰ ਤੇ ਸਕੱਤਰ ਬਣ ਜਾਈਏ, ਕਿਉਂਕਿ ਇਹ ਐਡੀਸ਼ਨਲ ਸਕੱਤਰ ਸੀ। ਇਹਨਾਂ ਆਪਣੀ ਚੌਧਰ, ਆਪਣੀਆਂ ਸਕੱਤਰੀਆਂ ਚਮਕਾਉਣ ਵਾਸਤੇ ਕੌਮ ਦਾ ਬੇੜਾ ਗਰਕ ਕੀਤਾ ਹੈ, ਕੌਮ ਨੂੰ ਭੰਬਲ ਭੂਸਾ ਹੀ ਪਾਇਆ ਸਿਰਫ 2 ਬੰਦਿਆਂ ਨੇ। ਇਹ ਗੱਲ ਤੁਸੀਂ ਜਨਤਕ ਚੈਨਲ ਉੱਤੇ ਕਹਿ ਰਹੇ ਜੀ? ਮੈਂ ਕਿਹਾ ਜੀ, ਮੈਂ ਇੱਕ ਤੇ ਨਹੀਂ ਕਹੀ, ਮੈਂ ਤੁਹਾਡੀ 7ਵੀਂ 8ਵੀਂ 'ਚ ਮੇਰੇ ਕੋਲ ਇੰਟਰਵਿਊ ਆਈ ਆ, ਮੈਂ ਹਰ ਚੈਨਲ 'ਤੇ ਕਹਿਣਾ, ਇੱਕ ਤੁਹਾਡੇ ਸਿਰਫ ਕਦੇ ਦੇ ਨਹੀਂ, ਇਹ ਹਰ ਚੈਨਲ 'ਤੇ ਮੈਂ ਕਹੀ, ਮੇਰੀਆਂ ਪਿਛਲੀਆਂ ਰਿਕਾਰਡਿੰਗਾਂ ਕਢਾ ਕੇ ਵੇਖ ਲਓ ਚੈਨਲਾਂ ਤੋਂ। ਜੀ ਜੀ। ਹਾਈ ਕੋਰਟ ਦੇ ਵਿੱਚ ਤੁਹਾਨੂੰ ਕੀ ਇਨਸਾਫ ਮਿਲਿਆ? ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲਿਆ। ਹਾਈ ਕੋਰਟ ਨੇ ਇਹਨਾਂ ਨੂੰ ਹੁਕਮ ਕੀਤਾ ਹੈ, ਮਾਨਯੋਗ ਹਰਿਆਣਾ ਹਾਈ ਕੋਰਟ ਨੇ, ਕਿਉਂਕਿ ਵੇਖੋ ਸਾਨੂੰ ਆਪਣਿਆਂ ਤੋਂ ਆਸ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਗਾੜੀ ਸਾਡਾ ਸਿਰ ਝੁਕਦਾ ਹੈ ਐਜ ਏ ਸਿੱਖ ਜੀ, ਸਾਡਾ ਸਿਰ ਝੁਕਦਾ ਕਿਉਂਕਿ ਉਹ ਸਾਡਾ ਸੁਪਰੀਮ ਹੈ। ਫਿਰ ਉੱਥੇ ਵੇਖੋ ਇਹਨਾਂ ਜਥੇਦਾਰ, ਇਹ ਕਿੱਡੇ ਪਾਗਲ ਬੰਦੇ ਨੇ ਜੀ। ਇਹਨਾਂ ਜਥੇਦਾਰ ਲਾਇਆ ਐਕਟਿੰਗ। ਕਦੀ ਚੀਫ ਜਸਟਿਸ ਵੀ ਐਕਟਿੰਗ ਹੁੰਦਾ ਹੈ, ਜੀ। ਸੁਪਰੀਮ ਕੋਰਟ ਦਾ ਜੱਜ ਕਦੀ ਐਕਟਿੰਗ ਲੱਗਾ? ਇਹ ਤੇ ਲਿਫਾਫੇ 'ਚੋਂ ਨਿਕਲਿਆ ਜੋ ਮਰਜ਼ੀ ਬਣਾ ਲਓ। ਇਹ ਹਰਪ੍ਰੀਤ ਜਿਹੜਾ, ਹਰਪ੍ਰੀਤ ਦੇ ਆਪਣੇ ਬਿਆਨ ਨਹੀਂ ਰਲਦੇ, ਮੈਂ ਜਥੇਦਾਰ ਨਹੀਂ ਕਹਿੰਦਾ ਇਹਨੂੰ, ਹਰਪ੍ਰੀਤ ਦੇ ਆਪਣੇ ਬਿਆਨ ਨਹੀਂ ਰਲਦੇ। ਪਹਿਲੋਂ ਕਹਿੰਦਾ ਜੀ ਪਾਵਨ ਸਰੂਪ ਗੁੰਮ ਹੋ ਗਏ, ਰਗੜ ਦਿਓ। ਅੱਛਾ ਜੀ, ਕਿਹਨੂੰ ਰਗੜ ਦਿਓ? ਮੁਲਾਜ਼ਮਾਂ ਨੂੰ। ਅੱਛਾ। ਫਿਰ ਕਹਿੰਦਾ ਜੀ ਮੈਂ ਇਹ ਪਾਵਨ ਸਰੂਪ ਗੁੰਮ ਨਹੀਂ ਹੋਏ, ਚੋਰੀ ਹੋ ਗਏ। ਜੀ। ਗੁੰਮ ਹੋ ਗਏ ਤੇ ਚੋਰੀ ਹੋ ਗਏ, 2 ਫਰਕ ਹੈ। ਗੁੰਮ ਹੋ ਕੇ ਗਵਾਚ ਗਏ, ਚੋਰੀ ਹੋ ਗਏ ਕਿਸੇ ਨੇ ਚੁੱਕ ਲਏ। ਕਿੱਥੇ ਚੁੱਕੇ ਵੀ? ਉਹ ਜਿਹੜਾ ਚੁੱਕਿਆ ਗਿਆ ਜਵਾਹਰ, ਕਿਹੜਾ ਜਵਾਹਰ ਸਿੰਘ ਵਾਲੇ ਤੋਂ, ਉਹਦੇ ਤੁਹਾਨੂੰ ਲੱਭਾ ਨਹੀਂ। ਜਿਹੜਾ ਤੁਹਾਨੂੰ ਵੰਗਾਰ ਕੇ ਚੁੱਕਿਆ, ਇਹਨਾਂ ਨੂੰ ਕੋਈ ਵੀ ਸਰੂਪ ਨਹੀਂ ਮਿਲਿਆ? ਕੋਈ ਨਹੀਂ ਸਰੂਪ ਮਿਲਿਆ। ਓਕੇ। ਜਵਾਹਰ ਸਿੰਘ ਵਾਲੇ ਦਾ ਲੱਭ ਲਿਆ? ਇਹ ਲੋਕਲ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਹੋਈਆਂ, ਲੱਭ ਲਿਆ? ਜੀ। ਕੀ ਲੱਭ ਲਿਆ ਉੱਥੋਂ? ਕੁਝ ਨਹੀਂ ਲੱਭਾ। ਹਰਪ੍ਰੀਤ ਦੇ ਆਪਣੇ ਬਿਆਨ ਨਹੀਂ ਰਲਦੇ, ਮੈਂ ਜਥੇਦਾਰ ਨਹੀਂ ਕਹਿੰਦਾ ਇਹਨੂੰ, ਹਰਪ੍ਰੀਤ ਦੇ ਆਪਣੇ ਬਿਆਨ ਨਹੀਂ ਰਲਦੇ। ਪਹਿਲੋਂ ਕਹਿੰਦਾ ਜੀ ਪਾਵਨ ਸਰੂਪ ਗੁੰਮ ਹੋ ਗਏ, ਰਗੜ ਦਿਓ। ਅੱਛਾ ਜੀ, ਕਿਹਨੂੰ ਰਗੜ ਦਿਓ? ਮੁਲਾਜ਼ਮਾਂ ਨੂੰ। ਅੱਛਾ। ਫਿਰ ਕਹਿੰਦਾ ਜੀ ਮੈਂ ਇਹ ਪਾਵਨ ਸਰੂਪ ਗੁੰਮ ਨਹੀਂ ਹੋਏ, ਚੋਰੀ ਹੋ ਗਏ। ਜੀ। ਗੁੰਮ ਹੋ ਗਏ ਤੇ ਚੋਰੀ ਹੋ ਗਏ, 2 ਫਰਕ ਹੈ। ਗੁੰਮ ਹੋ ਕੇ ਗਵਾਚ ਗਏ, ਚੋਰੀ ਹੋ ਗਏ ਕਿਸੇ ਨੇ ਚੁੱਕ ਲਏ। ਕਿੱਥੇ ਚੁੱਕੇ ਵੀ? ਉਹ ਜਿਹੜਾ ਚੁੱਕਿਆ ਗਿਆ ਜਵਾਹਰ, ਕਿਹੜਾ ਜਵਾਹਰ ਸਿੰਘ ਵਾਲੇ ਤੋਂ, ਉਹਦੇ ਤੁਹਾਨੂੰ ਲੱਭਾ ਨਹੀਂ। ਜਿਹੜਾ ਤੁਹਾਨੂੰ ਵੰਗਾਰ ਕੇ ਚੁੱਕਿਆ, ਇਹਨਾਂ ਨੂੰ ਕੋਈ ਵੀ ਸਰੂਪ ਨਹੀਂ ਮਿਲਿਆ? ਕੋਈ ਨਹੀਂ ਸਰੂਪ ਮਿਲਿਆ। ਓਕੇ। ਜਵਾਹਰ ਸਿੰਘ ਵਾਲੇ ਦਾ ਲੱਭ ਲਿਆ? ਇਹ ਲੋਕਲ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਹੋਈਆਂ, ਲੱਭ ਲਿਆ? ਜੀ। ਕੀ ਲੱਭ ਲਿਆ ਉੱਥੋਂ? ਕੁਝ ਨਹੀਂ ਲੱਭਾ। ਫਿਰ ਜਦੋਂ ਇਹਨਾਂ ਨੇ ਕਮਿਸ਼ਨ ਬਿਠਾਇਆ ਏ, ਮੇਰੀਆਂ 5 ਬੈਠਕਾਂ ਹੋਈਆਂ ਨੇ, ਓਕੇ। ਮੈਂ ਉਹਨੂੰ ਕਿਹਾ ਵੀ ਕਵਲਜੀਤ ਸਿੰਘ ਕੋਲੋਂ ਤੁਹਾਨੂੰ ਰਿਕਾਰਡ ਨਹੀਂ ਮਿਲਣਾ। ਮੇਰੇ ਕੋਲ ਵੀ ਰਿਕਾਰਡ ਹੈਗੀ ਆ, ਜਿਹਦੇ 'ਚੋਂ ਮੈਨੂੰ ਰਿਕਾਰਡ ਦੇਣ ਬਾਰੇ ਕਹਿੰਦਾ, ਪਰ ਅੱਜ ਤੱਕ ਨਹੀਂ ਦਿੱਤਾ। ਹੋਰ ਰਿਕਾਰਡਿੰਗ ਤੁਹਾਡੇ? ਉਹ ਵੀ ਮੇਰੇ ਕੋਲ ਹੈਗੀ ਆ। ਜੀ। ਜਿਹੜਾ ਮੈਨੂੰ ਪੁੱਛਦਾ ਭਾਈ ਉਹ ਰਿਕਾਰਡਿੰਗਾਂ ਜਿਹੜੀਆਂ ਮੈਨੂੰ ਉਹ ਦੇਰ ਵਸੂਲੀਆਂ ਜਿਹੜੀਆਂ ਸੰਗਤ ਕੋਲੋਂ ਲਿਖਾ ਕੇ ਲਿਆਈਦਾ ਹੈ ਵੀ ਆ ਇੰਨੇ ਸਰੂਪ ਤੁਹਾਡੇ ਪਹੁੰਚ ਗਏ, ਧੰਨਵਾਦ ਸਾਹਿਬ ਵਿਰਾਜਮਾਨ ਕਰਾ ਲਏ, ਉਹ ਵੀ ਇਹ ਗੁੰਮ ਕਰ ਗਿਆ, ਰਜਿਸਟਰਾਂ 'ਚ ਕਟਨ ਕਰ ਗਿਆ। ਹੁਣ ਹਾਈ ਕੋਰਟ ਵੱਲੋਂ ਤੁਹਾਨੂੰ ਬਹਾਲ ਕਰ ਦਿੱਤਾ ਗਿਆ ਔਰ ਜਿਹੜੇ ਉਦੇਸ਼ ਦਿੱਤੇ ਗਏ ਆ, ਇਹ ਦਿੱਤੇ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹਨਾਂ ਸਾਨੂੰ 27 ਅਗਸਤ 2020 ਨੂੰ ਸਰਵਿਸ ਤੋਂ ਡਿਸਮਿਸ ਕੀਤਾ। 22 ਮਾਰਚ
2022 ਨੂੰ ਮਾਨਯੋਗ ਹਰਿਆਣਾ ਹਾਈ ਕੋਰਟ ਦਾ ਆਦੇਸ਼ ਆਉਂਦਾ ਸ਼੍ਰੋਮਣੀ ਕਮੇਟੀ ਨੂੰ ਲੈ ਵੀ ਆਰਡਰ ਆਉਂਦਾ ਹੈ ਵੀ ਇਹਨਾਂ ਨੂੰ ਤਰੀਕ ਹਾਜ਼ਰੀ ਤੋਂ ਡਿਊਟੀ ਹਾਜ਼ਰ ਕਰਕੇ ਇਹਨਾਂ ਦਾ ਬਣਦਾ ਜਿਹੜਾ ਬਕਾਇਆ ਸਨਮਾਨ ਉਹਨਾਂ ਨੂੰ ਦਿੱਤਾ ਜਾਵੇ। ਤੁਸੀਂ ਡਿਊਟੀ ਗਏ ਫਿਰ? ਅਸੀਂ ਇਹਨਾਂ ਕੋਲ 1 ਤਰੀਕ ਨੂੰ ਗਏ ਆ, 1 ਅਪ੍ਰੈਲ ਨੂੰ, ਇਸੇ ਅਪ੍ਰੈਲ ਨੂੰ 31 ਮਾਰਚ ਦੀ ਸ਼ਾਮ ਨੂੰ ਸਾਨੂੰ ਆਰਡਰ ਮਿਲਦਾ ਜੀ। 31 ਮਾਰਚ ਦੀ ਸ਼ਾਮ ਨੂੰ ਆਰਡਰ ਮਿਲਦਾ, 1 ਅਪ੍ਰੈਲ ਨੂੰ ਅਸੀਂ ਸਵੇਰੇ ਗਏ ਆ। ਇਹਨਾਂ 9:30 ਤੋਂ ਲੈ ਕੇ 4:30 ਵਜੇ ਤੱਕ ਸਾਨੂੰ ਭੰਬਲ ਭੂਸੇ 'ਚ ਬਹਿੜਵਾਲ ਨੇ ਪਾ ਛੱਡਿਆ। ਮਲਕੀਤ ਸਿੰਘ ਬਹਿੜਵਾਲ, ਸੁਪਰਡੈਂਟ ਸ਼੍ਰੋਮਣੀ ਕਮੇਟੀ। ਅੱਜ ਕਰਦੇ ਹੁਣੇ ਕਰਦੇ ਆ ਜੀ, ਉੱਥੇ ਕਰਦੇ ਜੀ, ਉਹਦੇ ਨਾਲ ਸਲਾਹ ਕਰਦੇ ਜੀ, ਫਿਰ ਕਹਿੰਦੇ ਜੀ ਅਸੀਂ ਲਾ ਬ੍ਰਾਂਚ ਭੇਜੀ ਆ, ਲਾ ਬ੍ਰਾਂਚ ਵਾਲੇ ਐਲਏ ਕੋ ਭੇਜੀ ਆ, ਐਲਏ ਨੇ 12 ਵਜੇ ਫੈਸਲਾ ਆਊਗਾ, 12 ਵਜੇ ਤੋਂ ਬਾਅਦ ਕਹਿੰਦੇ ਨਹੀਂ ਜੀ ਚੰਡੀਗੜ੍ਹ ਭੇਜੀ ਆ 2:30 ਵਜੇ ਫੈਸਲਾ ਆਊਗਾ। 2:30 ਵਜੇ ਦੀ ਬਜਾਏ ਨਾ ਸਾਨੂੰ 4:30 ਵਜੇ ਤੱਕ 1 ਤਰੀਕ ਨੂੰ ਖਾਲੀ ਮੋੜਤਾ। ਬਾਦ ਸਿੰਘ ਜੀ, ਤੁਹਾਡੀ ਕਹਾਣੀ ਦਰਸ਼ਕ ਦੇਖ ਚੁੱਕੇ ਹਨ, ਹੁਣ ਅਗਲਾ ਜਿਹੜਾ ਕਦਮ ਉਹ ਕੀ ਹੈ? ਅਗਲਾ ਕਦਮ ਇਹ ਵੇਖੋ ਜੀ, ਇਹਨਾਂ ਸਾਨੂੰ ਜਿਹੜਾ ਸ਼੍ਰੋਮਣੀ ਕਮੇਟੀ ਨੇ ਆਰਡਰ ਕੀਤਾ ਹੈ, ਸ਼੍ਰੋਮਣੀ ਕਮੇਟੀ ਦਾ ਆਰਡਰ ਨੰਬਰ 21 ਮਿਤੀ 2/4/2020 ਦੀ ਨਕਲ ਬਾਜ ਸਿੰਘ ਸਾਬਕਾ ਕਲਰਕ। ਮੈਂ ਜਿਹੜਾ ਤੁਹਾਨੂੰ ਇਹਨਾਂ ਨੇ ਵੇਖੋ ਕਿੱਡਾ ਭੰਬਲ ਭੂਸਾ ਪਾਇਆ, ਇਹਨਾਂ ਨੂੰ ਆਰਡਰ ਬਣਾਉਣਾ ਵੀ ਨਹੀਂ ਆਉਂਦਾ ਜੀ। ਬਾਜ ਸਿੰਘ ਸਾਬਕਾ ਕਲਰਕ ਸਪੁੱਤਰ ਸਰਦਾਰ ਜਗੀਰ ਸਿੰਘ ਇਮਾਰਤੀ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਸੂ ਦਫ਼ਤਰ ਦੇ ਆਰਡਰ ਨੰਬਰ 1305 ਮਿਤੀ 20/8/2020 ਰਾਹੀਂ ਸਰਵਿਸ ਤੋਂ ਵਿਹਲਾ ਕੀਤਾ ਗਿਆ ਸੀ ਦੇ ਸਬੰਧ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 18656/2020 ਵਿੱਚ ਮਿਲੀ 22/3/2020 ਨੂੰ ਕੀਤੇ ਹੁਕਮ ਦੀ ਪਾਲਣਾ ਕਰਦਿਆਂ ਇਸ ਨੂੰ 27/8 ਵੇਖੋ ਇਹ ਪਤਾ ਨਹੀਂ ਕਿੱਥੋਂ ਸਰਵਿਸ ਰੂਲ ਕੱਢ ਲਿਆਂਦੇ ਆ। ਇਹਨਾਂ ਸਰਵਿਸ ਰੂਲ ਪੜ੍ਹੇ ਨਹੀਂ, ਮੈਂ ਪੜ੍ਹੇ ਆ। ਸਰਵਿਸ ਰੂਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਬੰਦੇ ਨੂੰ ਤੁਸੀਂ ਡਿਸਮਿਸ ਕਰਦੇ ਹੋ ਉਹਨੂੰ ਦੁਬਾਰਾ ਸਸਪੈਂਡ ਨਹੀਂ ਕਰ ਸਕਦੇ। ਸਰਵਿਸ ਰੂਲ ਦੇ ਵਿੱਚ ਲਿਖਿਆ ਹੈ ਜਿਸ ਬੰਦੇ ਨੂੰ ਤੁਸੀਂ ਸਸਪੈਂਡ ਕਰਦੇ ਹੋ ਉਸ ਬੰਦੇ ਨੂੰ ਤੁਸੀਂ 6 ਮਹੀਨੇ ਦੇ ਵਿੱਚ ਉਹਦਾ ਫੈਸਲਾ ਕਰਨਾ ਹੈ ਜੀ। ਸਰਵਿਸ ਰੂਲ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਜੇ ਬੰਦਾ ਆਪ ਸਰਵਿਸ ਛੱਡਦਾ ਹੈ ਉਹਨੂੰ 1 ਮਹੀਨੇ ਦੀ ਤਨਖਾਹ ਕਟਾਉਣੀ ਪੈਂਦੀ ਆ ਜਾਂ ਜਮ੍ਹਾਂ ਕਰਾਉਣੀ ਪੈਂਦੀ ਆ। ਜੇ ਤੁਸੀਂ ਕਿਸੇ ਨੂੰ ਕੱਢਦੇ ਹੋ ਉਹਨੂੰ 1 ਮਹੀਨੇ ਦੀ ਤਨਖਾਹ ਦੇ ਕੇ ਕੱਢਦੇ ਹੋ। ਇਹਨਾਂ ਕੋਈ ਵੀ ਸਰਵਿਸ ਰੂਲ ਇੱਥੇ ਫੋਲੋ ਨਹੀਂ ਕੀਤਾ। ਅੱਛਾ, ਇਹਨਾਂ ਨੂੰ ਮਤਲਬ ਵੀ 27 ਦੀ ਸਰਵਿਸ ਤੋਂ ਬਹਾਲ ਕੀਤਾ ਜਾਂਦਾ, ਫਿਰ 27/8 ਤੋਂ ਹੀ ਮੁਅੱਤਲ ਤਸੱਵਰ ਕੀਤਾ ਜਾਂਦਾ ਹੈ। ਪੜ੍ਹਵਿਓ ਆਰਡਰ ਹਾਈ ਕੋਰਟ 2022 'ਚ ਕਰਨ ਦਿਆ, ਤੁਸੀਂ 2 ਸਾਲ ਪਿੱਛੇ ਸਾਨੂੰ ਸਸਪੈਂਡ ਕਰਨ ਦਿਓ। ਕਿਸ ਤਰ੍ਹਾਂ ਇਹ ਕਿਹੜਾ ਸਰਵਿਸ ਰੂਲ ਬਣਾ ਲਿਆ ਤੁਸੀਂ? ਇਹ ਮੈਨੂੰ ਤਾਂ ਜਾਪਦਾ ਜਾਂ ਲਈ ਨੇ ਅਤੇ ਸੁਖਦੇਵ ਸਿੰਘ ਭੂਰੇ ਨੇ ਆਪਦੇ ਕਮਰੇ 'ਚ ਬਹਿ ਕੇ ਬਣਾ ਲਿਆ, ਜਾਂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਉਹਨੇ ਆਪਦੇ ਚੈਂਬਰ 'ਚ ਬਹਿ ਕੇ ਬਣਾ ਲਿਆ। ਸ਼੍ਰੋਮਣੀ ਕਮੇਟੀ ਦੇ 1925 ਦੇ ਐਕਟ ਐਂਡ ਸਰਵਿਸ ਰੂਲ ਤੋਂ ਇਹਨਾਂ 3, 4, 5 ਵਾਰ ਸੋਧਾਂ ਵੀ ਕੀਤੀਆਂ, ਪਰ ਉਹ ਹੋਈਆਂ ਸੋਧਾਂ ਦੇ ਵਿੱਚ ਵੀ ਆਹ ਗੱਲ ਨਹੀਂ ਲਿਖੀ ਜਿਹੜੀ ਇਹਨਾਂ ਨੇ ਆਰਡਰ 'ਚ ਲਿਖੀ ਆ ਜੀ। ਉਸ ਸਰਵਿਸ ਰੂਲ ਦੇ ਵਿੱਚ ਆਰਡਰ ਕੁਝ ਨਹੀਂ ਲਿਖਿਆ ਨਾ। ਹਰਜਿੰਦਰ ਸਿੰਘ ਧਾਮੀ ਦਾ ਨਾਲ ਬਹੁਤ ਸੁਲਝੇ ਹੋਏ ਵਕੀਲ ਮੰਨੇ ਜਾਂਦੇ, ਉਹਨਾਂ ਬਾਰੇ ਸੁਲਝਾਇਆ ਤਾਂ ਉਹਨਾਂ ਦਾ ਮਸਾ ਪਤਾ ਹੀ ਲੱਗ ਜਾਂਦਾ ਵੀ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਹੀ ਕਰੀ ਜਾਂਦਾ, ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹ ਇਹ ਲਿਖੀ ਜਾਂਦਾ। ਐਜੀਪੀਸੀ ਦੇ ਸੰਵਿਧਾਨ ਤੋਂ ਬਾਹਰ ਔਰ ਕਾਨੂੰਨ ਤੋਂ ਵੀ ਬਾਹਰ ਇਹ ਜਿਹੜੀ ਗੱਲ ਲਿਖੀ ਹਾਈ ਕੋਰਟ ਦੇ ਕਾਨੂੰਨ ਤੋਂ ਵੀ ਬਾਹਰ ਆ। ਅੱਗੇ ਮੈਂ ਚਾਹੁੰਦਾ ਪੂਰੀ ਕਰ ਦਿਓ। ਪ੍ਰਬੰਧਕ ਕਮੇਟੀ ਦੇ ਦਫ਼ਤਰ ਅਸੂਲਾਂ ਤੋਂ ਵੀ ਬਾਹਰ ਆ ਜੀ। ਨਾ ਇਹ ਸਰਵਿਸ ਰੂਲ ਲਾਗੂ ਹੁੰਦੇ ਆ, ਇਹਨਾਂ ਦੇ ਘਰ ਦੇ ਬਣਾਏ ਅਸੂਲ ਤੇ ਲਾਗੂ ਹੋ ਸਕਦੇ ਆ, ਪਰ ਸ਼੍ਰੋਮਣੀ ਕਮੇਟੀ ਦੇ ਸਰਵਿਸ ਰੂਲ 'ਚ ਮੱਦ ਕਿਤੇ ਨਹੀਂ ਹੈਗੀ। ਮੈਂ ਪੜ੍ਹੇ ਸਾਰੇ, ਮੈਂ ਚਾਹੁੰਦਾ ਪੂਰਾ ਕਰ ਦਿਓ ਗੱਲ ਜਿਹੜੀ ਲਿਖੀ। ਹਾਂਜੀ, ਇੱਕ ਮਤਲਬ ਹਾਂ ਦੇਖੋ ਇੱਥੇ ਆਪਾਂ 27/8 ਤੋਂ ਮੁਅੱਤਲ ਤਸੱਵਰ ਕੀਤਾ ਜਾਂਦਾ ਹੈ। ਉਹ ਉਸੇ ਤਰੀਕ ਨੂੰ ਸਾਨੂੰ ਸਸਪੈਂਡ ਕਰਦੇ ਹੋ, ਉਸੇ ਤਰੀਕ ਨੂੰ ਸਾਨੂੰ ਬਹਾਲ ਕਰਦੇ ਹੋ। ਸਾਡੀ ਬਹਾਲੀ ਦੀ ਹਾਜ਼ਰੀ ਕਿੱਥੇ ਆ? ਅਸੂਲ ਇਹ ਆ ਜਿਸ ਤਰੀਕ ਨੂੰ ਤੁਸੀਂ ਉਹਨੂੰ ਬਹਾਲ ਕਰਦੇ ਹੋ ਉਹਦੀ 1 ਹਾਜ਼ਰੀ ਲਾਉਂਦੇ ਹੋ, ਉਦੋਂ ਅਗਲੇ ਦਿਨ ਉੱਤੇ ਐਕਸ਼ਨ ਲਓ। ਉਸੇ ਤਰੀਕ 'ਚ ਨਹੀਂ ਲੈ ਸਕਦੇ, ਜਾਂ ਉਹਦੀ ਸ਼ਾਮ ਨੂੰ ਐਕਸ਼ਨ ਲਓ। ਹਾਜ਼ਰ ਵੀ ਨਹੀਂ ਕੀਤਾ, ਮੁਅੱਤਲ ਨਾਲ ਹੀ ਕਰ ਦਿੱਤਾ। ਇਹ ਕਿਹੜਾ ਸਰਵਿਸ ਰੂਲ ਬਣ ਗਿਆ ਇਹਨਾਂ ਦਾ? ਬਈ ਇਹ ਕਿਹੜੇ ਪੜ੍ਹਵੇ ਨੇ ਇਹਨਾਂ ਨੂੰ ਪੜ੍ਹਾਤਾ? ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਲੱਗਦੀ। ਉਸ ਤੋਂ ਬਾਅਦ ਚੱਲ ਰਹੀ ਅਤੇ ਕੀਤੀ ਜਾਣ ਵਾਲੀ ਪੜਤਾਲ ਮੁਕੰਮਲ ਹੋਣ ਤੱਕ ਅੱਛਾ, ਉਸ ਤੋਂ ਬਾਅਦ ਵੇਖੋ ਕੀ ਲਿਖਦੇ, ਤਸੱਵਰ ਕੀਤਾ ਜਾਂਦਾ ਇਸ ਦੀ ਸਰਵਿਸ ਤੋਂ ਰਿਟਾਇਰਮੈਂਟ ਤਰੀਕ 31 ਮਈ 2021 ਨੂੰ ਰਿਟਾਇਰਮੈਂਟ ਸੀ ਦੀ ਤਰੀਕ ਲੰਘ ਚੁੱਕੀ ਹੋਣ ਕਾਰਨ ਇਸ ਕੇਸ ਵਿੱਚ ਚੱਲ ਰਹੀ ਕੀਤੀ ਜਾਣ ਵਾਲੀ ਪੜਤਾਲ ਮੁਕੰਮਲ ਹੋਣ ਤੱਕ ਇਸ ਦੀ ਰਿਟਾਇਰਮੈਂਟ ਪੈਂਡਿੰਗ ਕੀਤੀ ਜਾਂਦੀ। ਰਿਟਾਇਰਮੈਂਟ ਤਾਂ ਪੈਂਡਿੰਗ ਹੁੰਦੀ ਨਹੀਂ, ਤਨਖਾਹ ਪੈਂਡਿੰਗ ਹੋ ਸਕਦੀ ਆ ਜੀ। ਤਨਖਾਹ ਪੈਂਡਿੰਗ ਹੋ ਸਕਦੀ ਆ, ਰਿਟਾਇਰਮੈਂਟ ਕਾਹਦੀ ਪੈਂਡਿੰਗ ਕਰਨ ਦੇ? ਜੇ ਪੈਂਡਿੰਗ ਕਰਦੇ ਦੱਸੋ ਮੈਨੂੰ, ਕਿੱਥੇ ਅਸੂਲ ਲਿਖਿਆ? ਕਿਹੜੇ ਕਾਨੂੰਨ ਨਾਲ ਕੀਤੀ ਆ? ਬਈ ਕਿਹੜਾ ਸਰਵਿਸ ਰੂਲ ਲਿਖਿਆ?
ਅੱਛਾ, ਪੈਂਡਿੰਗ ਰੱਖਦਿਆਂ ਹੋਇਆਂ ਇਸ ਦੀ ਤਰੀਕ ਰਿਟਾਇਰਮੈਂਟ ਤੋਂ ਹਾਜ਼ਰੀ ਬੰਦ ਕੀਤੀ ਜਾਂਦੀ। ਜੇ ਹਾਜ਼ਰੀ ਬੰਦ ਕੀਤੀ, ਮੈਨੂੰ ਪਿਛਲੇ ਬਕਾਏ ਦਿਓ, ਪਿਛਲੀਆਂ ਤਨਖਾਹਾਂ ਦੇਵੋ। ਕਿਉਂ ਨਹੀਂ ਦਿੰਦੇ ਬਈ? ਜੀ ਜੇ ਮੇਰੀ ਹਾਜ਼ਰੀ ਬੰਦ ਕੀਤੀ, ਮੈਨੂੰ ਪਿਛਲਾ ਬਕਾਇਆ ਤਾਂ ਦਿਓ। ਬਿਲਕੁਲ ਜੀ। ਫਿਰ ਇਹ ਲਿਖਦੇ ਆ, ਵੇਖੋ, ਕਹਿੰਦੇ ਵੀ ਅਤ ਨਾਜ਼ੁਕ ਹੋਣ ਕਾਰਨ ਪੜਤਾਲ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਜਾਂ ਪ੍ਰਭਾਵ ਪਾਏ ਜਾਣ। ਇਹਨਾਂ ਪੁੱਛੇ ਕਮਲਿਆਂ ਨੂੰ ਵੀ ਪ੍ਰਭਾਵ ਅਸੀਂ ਪਾਉਣਾ, ਦਖਲਅੰਦਾਜ਼ੀ ਅਸੀਂ ਕਰਦੇ, ਅਸੀਂ ਖੁਦ ਕਹਿੰਦੇ ਆਓ ਬੋਈਏ ਬਹਿ ਕੇ ਤੁਹਾਨੂੰ ਪੜਤਾਲ ਕਰੋ, ਅਸੀਂ ਸਹਿਯੋਗ ਦਿੰਦੇ ਹਾਂ। ਜੇ ਅਸੀਂ ਦੋਸ਼ੀ ਸਾਬਤ ਹੋਣੇ, ਸਾਨੂੰ ਫਾਈਲ ਲਾ ਦਿਓ। ਅਸੀਂ ਦੋਸ਼ੀ ਸਾਬਤ ਹੋਣੇ ਨਾ, ਸਾਨੂੰ ਫਾਈਲ ਲਾ ਦਿਓ। ਨਾ ਹਰਪ੍ਰੀਤ ਨੂੰ ਕੋਈ ਅਕਲ ਹੈਗੀ ਆ ਕੰਮ ਕਰਨ ਦੀ, ਜਿਹੜਾ ਆ ਵੀ 2 ਟੈਸਟਾਂ 'ਚੋਂ ਫੇਲ ਹੋਇਆ। ਕਿਹੜੇ ਟੈਸਟ? ਇੱਕ ਪਾਠੀ ਦੇ ਟੈਸਟ 'ਚੋਂ ਫੇਲ ਹੋਇਆ ਜੀ, ਪਹਿਲੋਂ ਮੁਕਤਸਰ ਸਾਹਿਬ ਜੀ। ਦੂਜੇ ਟੈਸਟ ਜਿੱਥੇ ਜਦੋਂ ਗ੍ਰੰਥੀ ਦਾ ਟੈਸਟ ਦੇਣ ਆਇਆ ਜੀ, ਉਦੋਂ ਇਹ ਫੇਲ ਹੋਇਆ ਜੀ। ਉਦੋਂ ਗ੍ਰੰਥੀ ਪਾਸ ਨਹੀਂ ਹੋ ਸਕਿਆ। ਫਿਰ ਜਿੱਦਣੇ ਜਥੇਦਾਰ ਕਾਲ ਤਖਤ ਲੱਗਾ, ਉਹਨੇ ਸਰੋਪਾ ਹੀ ਨਹੀਂ ਦਿੱਤਾ। ਸਹਾਇਕ ਗ੍ਰੰਥੀ ਦੇ ਗਿਆ, ਕਹਿੰਦਾ ਇਹਨੂੰ ਤਾਂ ਮੈਂ ਫੇਲ ਕੀਤਾ, ਇਹਨੂੰ ਮੈਂ ਸਰੋਪਾ ਕਿਸ ਤਰ੍ਹਾਂ ਦੇ ਦਿਆਂ? ਜੀ, ਜੀ। ਇਹਨੂੰ ਸਰੋਪਾ ਨਹੀਂ ਮਿਲਿਆ। ਸਹਾਇਕ ਗ੍ਰੰਥੀ ਜਾ ਕੇ ਦੇ ਕੇ ਆਇਆ, ਹੈਡ ਗ੍ਰੰਥੀ ਨੇ ਨਹੀਂ ਦਿੱਤਾ। ਹੁਣ ਆਖਰੀ ਸਵਾਲ ਮੇਰਾ ਇਹ ਹੈ ਕਿ ਬਚਾਓ ਵਾਸਤੇ ਹੁਣ ਅੱਗੇ ਤੁਸੀਂ ਕੀ ਕਰੋਗੇ? ਅੱਗੇ ਅਸੀਂ ਆਪਣੇ ਜਿਹੜੇ ਰਣਨੀਤੀ ਤਿਆਰ ਕਰਦੇ ਪਏ ਹਾਂ, ਵਕੀਲਾਂ ਨਾਲ, ਐਡਵੋਕੇਟਾਂ ਨਾਲ ਅਸੀਂ ਸਲਾਹ ਕਰਦੇ ਪਏ ਹਾਂ। ਜਿਨ੍ਹਾਂ ਨੇ ਇਸ ਦਫ਼ਤਰ ਦੇ ਦੁਬਾਰਾ ਹਾਈ ਕੋਰਟ ਜਾਇਆ ਜਾਵੇਗਾ? ਜਾਵਾਂਗੇ। ਜੀ। ਜਿਨ੍ਹਾਂ ਨੇ ਇਸ ਦਫ਼ਤਰ ਨੂੰ ਆਰਡਰ ਨੂੰ ਹਾਈ ਕੋਰਟ ਦੇ ਨੂੰ ਨਹੀਂ ਮੰਨਿਆ, ਅਸੀਂ ਉਹਨਾਂ 'ਤੇ ਕੇਸ ਕਰਾਂਗੇ। ਉਹਦੇ ਵਿੱਚ ਬੈੜਵਾਲ ਵੀ ਆਉਂਦਾ ਹੈ, ਉਹਦੇ ਵਿੱਚ ਮਲਕੀਤ ਸਾਹਿਬ ਦੂਜਾ ਆਪਣਾ ਆਲੀ ਵੀ ਆਉਂਦਾ ਹੈ। ਅਸੀਂ ਮੰਗ ਕਰਦੇ ਹਾਂ, ਆਲੀ ਪੱਕਾ ਦੋਸ਼ੀ ਇਹਦੇ ਵਿੱਚ, 100% ਦੋਸ਼ੀ ਇਹਦੇ ਵਿੱਚ। ਇਹਨੂੰ ਫੌਰੀ ਤੌਰ 'ਤੇ ਸਸਪੈਂਡ ਕਰਕੇ, ਇਹਦੇ ਡਿਊ ਰੋਕ ਕੇ, ਇਹਦੀ ਜਿਸ ਤਰ੍ਹਾਂ ਸਾਡੀ ਰਿਟਾਇਰਮੈਂਟ ਪੈਂਡਿੰਗ ਕੀਤੀ, ਇਹਦੀ ਰਿਟਾਇਰਮੈਂਟ ਪੈਂਡਿੰਗ ਕਰਕੇ ਕਾਰਵਾਈ ਕਰੋ। ਅਸੀਂ ਸਹਿਯੋਗ ਦਿੰਦੇ ਹਾਂ, ਜੇ ਨਾ ਦੋਸ਼ੀ ਨਿਕਲੇ ਜੋ ਮਰਜ਼ੀ ਆਖਿਆ ਜੀ। ਇਹ ਸਨ ਬਾਜ ਸਿੰਘ, ਜਿਨ੍ਹਾਂ ਨੇ ਆਪਣੀ ਕਹਾਣੀ ਸੁਣਾਈ। ਐਸਜੀਪੀਸੀ ਵੱਲੋਂ ਇਹਨਾਂ ਦੇ ਉੱਤੇ ਦੋਸ਼ ਲਾਏ ਗਏ। ਆਂਦੇ ਕੀ ਇੱਕ ਗੱਲ ਹੋਰ ਕਰਨੀ, ਆਪਾਂ ਗੱਲ ਸਾਂਝੀ ਕਰਦੇ ਹਾਂ। ਦੇਖੋ ਕਿੰਨਾ ਇਹ ਦਫ਼ਤਰ ਦਾ ਨੁਕਸਾਨ ਕਰਦੇ ਆ ਜੀ। ਸਾਡੇ ਇਹਨਾਂ ਕੋਲ 20 ਬੰਦੇ ਸਰਕਾਰੀ ਆਪਣੇ ਵਕੀਲਾਂ ਦਾ ਪੈਨਲ ਆ। ਕੀ ਉਹ ਕਿਸੇ ਕਾਹੇ ਮਾਦੇ ਦੇ ਮਾਲਕ ਨਹੀਂ ਹੈਗੇ? ਇਹਨਾਂ ਨੇ ਦਿੱਲੀ ਤੋਂ ਪ੍ਰਾਈਵੇਟ ਵਕੀਲ ਲਿਆਣ ਕੇ 2 ਲੱਖ ਪਰ ਵਿਅਕਤੀ ਪਰ ਪੇਸ਼ੀ। ਓਕੇ ਜੀ। 20 ਮਹੀਨੇ ਕੇਸ ਚੱਲਿਆ, 16 ਤਰੀਕਾਂ ਪਈਆਂ ਨੇ, 16ਵੀਂ ਤਰੀਕ ਤੇ ਸਾਡਾ ਫੈਸਲਾ ਹੋਇਆ ਹੈ। ਤੁਸੀਂ ਹਿਸਾਬ ਲਾ ਲਓ ਵੀ 5 ਬੰਦੇ ਅਸੀਂ, 3 ਦਾ ਤਾਂ ਫੈਸਲਾ ਹੋ ਗਿਆ, 2 ਦਾ ਅਜੇ ਹੋਣਾ ਹੈ ਜੀ। ਉਹ ਇੰਨਾ ਪੈਸਾ ਕਿਉਂ ਬਰਬਾਦ ਕੀਤਾ? ਜੀ। ਸ਼੍ਰੋਮਣੀ ਕਮੇਟੀ ਦਾ ਕਿਉਂ ਬਰਬਾਦ ਕੀਤਾ? ਸੰਗਤ ਪੁੱਛੇ। ਇੰਨਾ ਪੈਸਾ ਖਰਾਬ ਹੋਣ ਦੇ ਬਾਵਜੂਦ ਵੀ ਕੇਸ ਹਾਰ ਗਿਆ ਕਿਉਂ? ਕੇਸ ਦੇ ਵਿੱਚ ਹੀ ਕੁਝ ਨਹੀਂ। ਹਾਂ ਜੀ। ਸਾਡੇ ਸਬੂਤ ਲੱਗੇ ਆ ਨਾਲ। ਜੀ। ਦਲੀਲ ਪੀਰ ਹੀ ਕੋਈ ਨਹੀਂ ਪੇਸ਼ ਕਰ ਸਕੇ। ਜੇ ਅਸੀਂ ਦੋਸ਼ੀ ਹਾਂ ਤਾਂ ਕਰਨ ਦਲੀਲ ਪੀਰ ਪੇਸ਼। ਹੁਣ ਇੱਕ ਗੋਲਕ ਦਾ ਪੈਸਾ ਵੇਖੋ ਕਿੱਥੇ ਬਰਬਾਦ ਕੀਤਾ ਜਾ ਰਿਹਾ। ਹੁਣ ਆਲੀ ਮਹਿੰਦਰ ਸਿੰਘ ਆਲੀ ਕਿੰਨਾ ਨੁਕਸਾਨ ਕਰਦਾ ਪਿਆ ਹੈ। ਇਹਦੀ ਕੋਠੀ ਸੁਲਤਾਨਪੁਰ ਲੋਧੀ ਆ। ਓਕੇ। ਸਕੱਤਰ ਡਿਊਟੀ ਇੱਥੇ ਕਰਦਾ ਹੈ। ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਗੱਡੀ ਤੇ ਇੱਕ ਡਰਾਈਵਰ, ਇਹਨੂੰ ਪਹਿਲਾਂ ਉੱਥੇ ਛੱਡ ਕੇ ਆਉਂਦੀ ਹੈ, ਫਿਰ ਉੱਥੋਂ ਸਵੇਰੇ ਲੈ ਕੇ ਆਉਂਦੀ ਹੈ। ਉਹ ਕਿੰਨਾ ਤੇਲ ਖਰਚ ਹੁੰਦਾ, ਕਿਉਂ ਬਰਬਾਦ ਕਰਨ ਦਾ? ਕਿਉਂ ਨਹੀਂ ਪ੍ਰਧਾਨ ਨੂੰ ਦਿਸਦਾ ਏ? ਪ੍ਰਧਾਨ ਕਹਿੰਦਾ ਏ, ਇੱਕ ਕਿਸੇ ਮੈਂ ਪਹਿਲੋਂ ਚੈਨਲਾਂ 'ਤੇ ਇੰਟਰਵਿਊ ਦਿੱਤੀਆਂ ਸੀ, ਕੈਨੇਡਾ ਤੋਂ ਇੱਕ ਸਿੰਘ ਨੇ ਫੋਨ ਕੀਤਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ, ਹਰਜਿੰਦਰ ਸਿੰਘ ਧਾਮੀ ਨੂੰ, ਵੀ ਪ੍ਰਧਾਨ ਜੀ ਉਹ ਬੰਦੇ ਬੋਲਦੇ ਆ ਵੀ ਭੂਰਾ ਵੀ ਦੋਸ਼ੀ ਆ, ਆਲੀ ਵੀ ਦੋਸ਼ੀ ਆ। ਕਹਿੰਦਾ ਨਹੀਂ ਜੀ ਉਹ ਰੌਲਾ ਪਾਉਂਦੇ ਆ, ਮੈਂ ਆਪ ਪੜਤਾਲ ਕੀਤੀ ਆ। ਜੇ ਉਹ ਪੜਤਾਲ ਕੀਤੀ ਆ ਤਾਂ ਉਸ ਪੜਤਾਲ ਦਾ ਸਾਹਮਣੇ ਸਾਨੂੰ ਦੱਸਣ ਵੀ ਕਿੱਥੇ ਕੀਤੀ ਆ, ਕੀ ਉਹਦਾ ਵਿਊ ਨਿਕਲਿਆ ਏ। ਤੁਹਾਡੀਆਂ 2 ਪੜਤਾਲਾਂ, ਪਹਿਲੀ ਸੰਗਤ ਨੇ ਰੱਦ ਕਰ ਦਿੱਤੀ, ਦੂਜੀ ਤੋਂ ਹਾਈ ਕੋਰਟ ਨੇ ਰੱਦ ਕੀਤੀ, ਤੀਜੀ ਤੁਸੀਂ ਕਹਿੰਦੇ ਅਸੀਂ ਪੜਤਾਲ ਕਰ ਰਹੇ। ਜਿਹੜੀ ਈਸ਼ਰ ਸਿੰਘ ਨੇ ਪੜਤਾਲ ਕੀਤੀ ਉਹਦਾ ਕੀ ਬਣਿਆ? ਜੀ। ਈਸ਼ਰ ਸਿੰਘ ਨੇ ਪੜਤਾਲ ਕੀਤੀ ਉਹਦਾ ਕੀ ਬਣਿਆ? ਉਹ ਕਾਹਦੀ ਪੜਤਾਲ ਸੀ? ਉਹ ਫਿਰ ਝੂਠੀ ਸੀ ਨਾ। ਫਿਰ ਜਹੇਦਾਰ ਦੀ ਜਹੇਦਾਰੀ ਕਾਹਦੀ ਆ? ਜਿਹਨੇ ਤੇਲੰਗਾਨਾ ਤੋਂ ਚੁੱਕ ਕੇ ਲਿਆਂਦਾ ਨੂੰ, ਕਿਦਾ ਇੱਥੇ ਪੰਜਾਬ ਦੇ ਵਿੱਚ ਕੋਈ ਗੁਰਸਿੱਖ ਨਹੀਂ ਹੈਗਾ, ਕੋਈ ਬੁੱਧੀਜੀਵੀ ਨਹੀਂ ਹੈਗਾ, ਕੋਈ ਵਿਦਵਾਨ ਨਹੀਂ ਸੀ ਹੈਗਾ, ਕੋਈ ਰਿਟਾਇਰ ਜੱਜ ਜਾਂ ਮੌਜੂਦਾ ਜੱਜ ਸਿੱਖ ਸਿਆਣਾ ਨਹੀਂ ਸੀ ਹੈਗਾ। ਇਹ ਏਡੀ ਦੂਰੋਂ ਚੁੱਕ ਕੇ ਕ੍ਰਿਮੀਨਲ ਬੰਦੇ ਨੂੰ। ਜੀ। ਇਹ ਇੱਕ ਕ੍ਰਿਮੀਨਲ ਬੰਦਾ ਹੈ ਤੇ ਕੇਸ ਚੱਲਦੇ, ਸਜ਼ਾ ਯਾਫਤਾ ਬੰਦਾ ਹੈ। ਜੀ। ਹੁਣ ਇਹਨੂੰ ਪਹਿਲਾਂ ਅਧਰੰਗ ਹੋਇਆ ਸੀ, ਜੀ। ਹੁਣ ਇਹ ਦਿਮਾਗੀ ਮੈਂਟਲ ਹੋਇਆ, ਇਹਨੂੰ ਇਹਦੇ ਘਰ ਦੇ ਨਹੀਂ ਚੱਲਦੇ। ਜੀ। ਜੀ। ਹੁਣ ਵੀ ਇਹ ਹਰਪ੍ਰੀਤ ਸਿੰਘ ਦੀ ਪੁਸ਼ਤ ਪਨਾਹੀ ਹੇਠ ਤਖਤ ਸ੍ਰੀ ਦਮਦਮਾ ਸਾਹਿਬ VIP ਰੂਮ ਦੇ ਵਿੱਚ ਇਹਦਾ ਟ੍ਰੀਟਮੈਂਟ ਹਰਪ੍ਰੀਤ ਸਿੰਘ ਕਰਵਾ ਰਿਹਾ ਹੈ। ਓਕੇ। ਹਰਪ੍ਰੀਤ ਸਿੰਘ ਆਪ ਕੁਰਾਨ ਸ਼ਰੀਫ 'ਤੇ ਨੇ ਕੀਤੀ ਆ, ਓਕੇ। PhD ਕੁਰਾਨ ਸ਼ਰੀਫ 'ਤੇ ਕੀਤੀ ਆ। ਨੁਮਾਇੰਦੀ ਜਹੇਦਾਰੀ ਤੱਕ ਅਕਾਲ ਤਖਤ ਦੀ ਕਰਦਾ। ਇਹਨੂੰ ਇਹ ਕਿੱਡਾ ਕੁ ਸਿਆਣਾ ਹੈ? ਮੈਂ ਤਾਂ ਕਹਿੰਦਾ ਇਹਨੂੰ ਲਾਉਣ ਵਾਲੇ ਪਤਾ ਕਿੱਡੇ ਕੁ ਸਿਆਣੇ, ਇਹਨੂੰ ਲਾਉਣ ਵਾਲੇ ਪਤਾ ਕਿੱਡੇ ਕੁ ਸਿਆਣੇ। ਉਹ ਜੇ PhD ਤੋਂ, ਮੈਂ ਇਹ ਨਹੀਂ ਕਹਿੰਦਾ ਵੀ ਕੁਰਾਨ ਸ਼ਰੀਫ ਮਾੜਾ ਹੈ, ਧਾਰਮਿਕ ਗ੍ਰੰਥ ਆ, ਵਿਦਵਾਨ ਪੜ੍ਹਦੇ ਆ, ਮਸਕੀਨ ਜੀ ਵੀ ਪੜ੍ਹਦੇ ਰਹੇ, ਸਾਰੇ ਵਿਦਵਾਨ ਪੜ੍ਹਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਵਿਦਵਾਨ PhD ਉੱਤੇ ਕਰਕੇ ਤੇ ਆਖਰ ਵੀ ਅਸੀਂ ਹੋਰ ਕੁਝ ਕਰਦੇ। ਜੀ। ਜੀ। ਜਿਹੜਾ ਆਪਣੇ 2 ਟੈਸਟਾਂ 'ਚੋਂ ਫੇਲ ਹੋਇਆ, ਫਿਰ ਇਹਦੇ ਆਪਣੇ ਬਿਆਨ ਨਹੀਂ। ਉਹ ਟੈਸਟ ਤੁਹਾਡੇ ਹੁੰਦਿਆਂ ਹੋਏ? ਹਾਂ, ਮੇਰੇ ਹੁੰਦਿਆਂ ਹੋਏ। ਓਕੇ। ਉਦੋਂ ਤੁਹਾਡੀ ਡਿਊਟੀ? ਮੇਰੀ ਉਦੋਂ ਡਿਊਟੀ ਧਰਮ ਪ੍ਰਚਾਰ 'ਚ ਹੁੰਦੀ ਸੀ। ਅੱਛਾ। ਉਦੋਂ ਮੇਰੀ ਡਿਊਟੀ ਉਹਦੇ ਬਾਵਜੂਦ ਵੀ ਇਹਨਾਂ ਨੂੰ ਜਹੇਦਾਰ ਲਾਇਆ? ਜਹੇਦਾਰ ਲਾਇਆ ਗਿਆ ਆਪਣੇ ਮੁਫਾਦ ਵਾਸਤੇ।
ਫਿਰ ਉਹ ਕੌਮ ਨੂੰ ਕੀ ਸੇਧ ਮਿਲੇਗੀ? ਉਹ ਕੀ ਕੁਝ ਵੀ ਨਹੀਂ ਸੇਧ ਦੇ ਸਕਦਾ, ਦੇ ਹੀ ਨਹੀਂ ਸਕਦਾ। ਜਿਹੜਾ ਆਪ ਲੁਧਿਆਣੇ 'ਚ ਗੋਲ ਗੱਪੇ ਰੇੜੀਆਂ ਤੋਂ ਖਲੋ ਕੇ ਖਾਂਦਾ ਫਿਰਦਾ। ਬਾਦ ਸਿੰਘ ਨੇ ਜਿਹੜੇ ਚਿੱਠੇ ਖੋਲ੍ਹੇ ਹਨ, ਜਿਹੜੇ ਕਿ ਹਰਪ੍ਰੀਤ ਸਿੰਘ ਜਥੇਦਾਰ ਉਹਨਾਂ ਦੀ ਗੱਲ ਕੀਤੀ ਆ, ਹੋਰ ਕੀ ਕਹਿਣਾ ਚਾਹੋਗੇ? ਹੋਰ ਵੇਖੋ, ਹਰਪ੍ਰੀਤ ਦੇ ਬਿਆਨ 4 ਨੇ। ਪਹਿਲਾਂ ਗੁੰਮ ਹੋ ਗਏ, ਤੁਹਾਨੂੰ ਅੱਗੇ ਕਿ ਆਪਣੀ ਗੱਲ ਅਧੂਰੀ ਰਹਿ ਗਈ ਸੀ, ਫਿਰ ਗਵਾਚ ਗਏ। ਫਿਰ ਕਹਿੰਦਾ ਨਹੀਂ ਜੀ ਇਹ ਨਾ ਲੈਜਰਾਂ ਦੇ ਵਿੱਚ ਮਿਸਟੇਕ ਹੋਈ ਆ, ਤੇ ਜੇ ਲੈਜਰਾਂ 'ਚ ਮਿਸਟੇਕ ਹੈ ਤੇ ਭਾਈ ਉਹਨੂੰ ਸੁਧਾਈ ਕਰੋ ਉਹਦੀ। ਪਾਵਨ ਸਰੂਪ ਕਿਤੇ ਨਹੀਂ ਗਏ, ਲੈਜਰਾਂ 'ਚ ਵੱਧ ਘੱਟ ਚੜ੍ਹ ਗਏ ਹੋਣਗੇ, ਉਹਦੀ ਸੁਧਾਈ ਕਰੋ। ਜਿਹਨੇ ਕੀਤੀ ਗਲਤੀ ਕੀਤੀ ਉਹਨੂੰ ਸਜ਼ਾ ਦਿਓ, ਉਹਨੂੰ ਤਾਂ ਤੁਸੀਂ ਬਾਈ ਜਿੱਦਾਂ ਰਿਟਾਇਰ ਕਰਨ ਦਾ ਜੇ। ਤੀਜਾ ਜੀ ਪੈਸੇ ਖਾਦੇ ਆ, ਤੇ ਪੈਸੇ ਰਿਟਾਇਰ ਕਿਹਨੂੰ ਕਰਨ ਦੇ? ਹਾਂ, ਕਵਲਜੀਤ ਨੂੰ। ਅੱਛਾ, ਉਹ ਰਿਟਾਇਰ ਹੋ ਗਏ। ਉਹ ਰਿਟਾਇਰ ਹੋ ਗਏ, ਉਹ ਤੋਂ ਬਾਅਦ ਇਹ ਰੌਲਾ ਪਿਆ। ਓਕੇ, ਇਹ ਨਾ ਗੱਲ ਹੀ ਉਹ ਤੋਂ ਬਾਅਦ ਚੁੱਕੀ ਆ। ਓਕੇ, ਉਹਨੂੰ ਰਿਟਾਇਰ ਕਰਨ ਤੋਂ ਬਾਅਦ ਇਹਨੇ ਪੁੱਛਤ ਪਨਾਈ ਕਰਦੇ ਉਹਦੀ। ਅੱਛਾ, ਫਿਰ ਇਹ ਜੀ ਉਹਨੇ ਪੈਸੇ ਖਾਦੇ, ਤੇ ਪੈਸੇ ਖਾਦੇ ਤੇ ਉਹਦੇ ਉਹ ਲਿਖ ਕੇ ਦੇ ਗਿਆ ਏ। ਅੱਛਾ ਜੀ, ਉਹਨੇ ਐਫੀਡੇਵਿਟ ਬਕਾਇਦਾ ਲਿਖ ਕੇ ਦਿੱਤਾ ਆ ਵੀ ਮੇਥੋਂ ਗਲਤੀ ਹੋਈ ਆ, ਜੀ, ਮੇਰੇ ਪ੍ਰੋਵੀਡੈਂਟ ਫੰਡ, ਮੇਰੇ ਗ੍ਰੈਚੁਟੀ, ਮੇਰੀਆਂ ਛੁੱਟੀਆਂ, ਮੇਰੇ ਡਿਊ ਦੇ ਵਿੱਚੋਂ ਮੇਰੇ ਬਣਦੇ ਪੈਸੇ ਆਪਦੇ ਕੱਟ ਲਓ, ਬਾਕੀ ਮੈਨੂੰ ਦੇ ਦਿਓ। ਕਿਉਂ ਨਹੀਂ ਦਿੰਦੇ ਉਹਨੂੰ? ਕਿਉਂ ਰੌਲਾ ਪਵਾਇਆ ਨਾ? ਕਿਉਂ ਕੌਮ ਨੂੰ ਭੰਬਲ ਭੂਸਾ ਹੀ ਪਾਇਆ? ਫਿਰ ਕਹਿੰਦਾ ਜੀ ਜਥੇਦਾਰ ਅਕਾਲ ਤਖਤ ਕਹਿੰਦਾ ਜੀ ਜਿਹੜੇ ਪਾਵਨ ਸਰੂਪਾਂ ਦੀ ਗੱਲ ਚੱਲਦੀ ਪਈ ਉਹਦੇ ਕਦੇ ਛਪੇ ਹੀ ਨਹੀਂ। ਉਹ ਜੇ ਭੜਵਿਆ ਜੇ ਛਪੇ ਹੀ ਨਹੀਂ ਤਾਂ ਸਾਨੂੰ ਸਜ਼ਾ ਕਾਹਦੀ ਦਿੱਤੀ ਉਹ? ਜੀ, ਗੱਲ ਸੋਚਣ ਵਾਲੀ ਹੈ। ਗੱਲ ਸੋਚੋ, ਸੰਗਤਾਂ ਨੂੰ ਬੇਨਤੀ ਕਰਦਾ ਵੀ ਸੋਚੋ, ਜਿਹੜੀ ਚੀਜ਼ ਛਪੀ ਨਹੀਂ, ਬਣੀ ਨਹੀਂ, ਤਿਆਰ ਹੀ ਨਹੀਂ ਹੋਈ, ਹਾਂ, ਤੇ 16 ਮੁਲਾਜ਼ਮ ਮਾਰ ਦਿੱਤੇ। ਉਹ ਕਿਹੜੇ ਕਰਕੇ ਮਾਰ ਦਿੱਤੇ ਆ? ਕਿਹਨੂੰ ਖੁਸ਼ ਕਰਨ ਵਾਸਤੇ? ਮੈਂ ਜਥੇਦਾਰ ਅਕਾਲ ਤਖਤ ਨੂੰ ਇਹ ਸਵਾਲ ਕਰਦਾ ਹਾਂ, ਬੇਨਤੀ ਨਹੀਂ ਕਰਦਾ, ਸਵਾਲ ਕਰਦਾ ਹਾਂ। ਓਕੇ, ਜਿਹੜਾ ਇੱਕ ਪਾਸੜ ਜਥੇਦਾਰ ਹੋਵੇ ਨਾ, ਜਥੇਦਾਰ ਇੱਕ ਪਾਸੜ ਇਹ ਹੋਵੇ। ਗੱਲ ਉਹਨਾਂ ਨੇ ਕਿੱਥੇ ਜਨਤਕ ਕੀਤੀ ਕਿ 328 ਸਰੂਪ ਛਪੇ ਨੇ? ਇੱਕ ਮਿੰਟ ਭਾਜੀ, ਇੱਕ ਮਿੰਟ ਜਰਾ, ਇੱਕ ਮਿੰਟ। ਹਾਂ, ਇਹ ਜ਼ਰੂਰ ਦਰਸ਼ਕਾਂ ਨੂੰ ਸਾਂਝੀ ਕਰਨੀ ਬਣਦੀ ਮੈਂ ਆ, ਕਿਹਾ ਇੱਕੋ ਮਿੰਟ, ਕਿਉਂਕਿ ਆਪਾਂ ਕੋਈ ਵੀ ਗੱਲ। ਇੱਕੋ ਮਿੰਟ ਭਾਜੀ, ਇੱਕੋ ਮਿੰਟ। ਜੀ, 1 ਸਕਿੰਟ ਦਿਓ ਮੈਨੂੰ, ਬਸ ਜ਼ਿਆਦਾ ਨਹੀਂ ਸਮਾਂ ਲੈਣਾ ਮੈਂ। ਇੱਕੋ ਇਹ ਸਨ ਬਾਦ ਸਿੰਘ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। 1 ਸਕਿੰਟ। ਮੈਂ ਸਾਰਾ ਰਿਕਾਰਡ ਸਾਂਭਿਆ ਆ। ਚੜ੍ਹਦੀ ਕਲਾ ਬਿਊਰੋ ਦੇ ਵਿੱਚ ਲੱਗਾ ਆ ਅਖਬਾਰ, ਹਾਂਜੀ, ਅਖਬਾਰ ਚੜ੍ਹਦੀ ਕਲਾ, 10 ਅਗਸਤ 21 ਦੇ ਵਿੱਚ। ਹੈਡਿੰਗ ਕੀ ਹੈ ਜੀ ਸਿੰਘ ਸਾਹਿਬ ਦੀ? ਲਾਪਤਾ ਹੋਏ 267 ਸਰੂਪ ਕਦੇ ਛਪੇ ਹੀ ਨਹੀਂ ਸਨ। ਗਿਆਨੀ ਹਰਪ੍ਰੀਤ ਸਿੰਘ। ਰਿਕਾਰਡ ਨੂੰ ਸਹੀ ਢੰਗ ਨਾਲ ਨਾ ਰੱਖਣ ਕਾਰਨ ਬੇਨਿਯਮੀਆਂ ਹੋਈਆਂ, ਤੇ ਸਾਨੂੰ ਸਜ਼ਾ ਕਾਹਦੀ ਦੇ ਦਿੱਤੀ ਪਈ? ਜੀ, ਉਹ ਜਿਹੜੇ ਸਰੂਪ ਛਪੇ ਨਹੀਂ ਸੀ, ਛਪੇ ਹੀ ਨਹੀਂ। ਇੱਕ ਪਾਸੇ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਚੱਲਦੀ, ਢਾਲੇ ਕੋਲ ਰਿਕਾਰਡਿੰਗ ਆ ਕਵਲਜੀਤ ਨੂੰ, ਹਾਂਜੀ, ਇੱਕ ਪਾਸੇ ਕਹਿੰਦੇ ਸਰੂਪ ਛਪੇ ਹੀ ਨਹੀਂ। ਛਪੇ ਹੀ ਨਹੀਂ, ਤੇ ਸਾਨੂੰ ਸਜ਼ਾ ਕਾਹਦੀ ਦਿੱਤੀ ਆ? LBS ਨਿਊਜ਼ ਮਨਪ੍ਰੀਤ ਸਿੰਘ ਆਜ਼ਾਦ, ਜਿਹੜੀ ਤੁਸੀਂ 328 ਸਰੂਪਾਂ ਦੀ ਕਹਾਣੀ ਸੀ ਉਹ ਸਰਵਣ ਕੀਤੀ ਹੈ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।